श्री वाहिगुरु साहिब जी। सलोक महला पंजवा। अमृत बाणी अम्यो रस, अमृत हर का नाओ। मन तन हृदय सिमर हर, आठ पहर गुण गाओ। अमृत बाणी अम्यो रस। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुग अटल, शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी। सुन सुन होवे परमगत मेरी, जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सलोक महला पंजवा। पंजवें पातशाह धन धन सतगुरु श्री गुरु अर्जन देव साहिब जी महाराज। रामकली की वार महला पंजवा सिरलेख हेठ 12वां श्लोक उच्चारण कर रहे हैं। अमृत बाणी अम्यो रस। हे भाई अमृत बाणी विच नाम अमृत रूप रस है। बाणी भी अमृत रूप है, प्रेम भी अमृत रूप है। अमृत हर का नाम। ਅਤੇ ਹਰੀ ਪਰਮੇਸ਼ਰ ਦਾ ਨਾਮ ਵੀ ਅੰਮ੍ਰਿਤ ਹੈ। ਅਰਥਾਤ ਇਹ ਸਾਰੀਆਂ ਚੀਜ਼ਾਂ ਅੰਮ੍ਰਿਤ ਰੂਪ ਹਨ, ਕਿਉਂਕਿ ਬਾਣੀ ਦੇ ਨਾਲ ਹੀ ਅੰਮ੍ਰਿਤ ਬਣਦਾ ਅਤੇ ਪ੍ਰੇਮ ਪੈਦਾ ਹੁੰਦਾ ਅਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਜਿਸ ਨੇ ਅੰਮ੍ਰਿਤ ਰੂਪ ਬਾਣੀ ਨਾਲ ਪ੍ਰੇਮ ਕੀਤਾ ਹੈ ਉਸ ਨੂੰ ਬ੍ਰਹਮਾਨੰਦ ਆਤਮਿਕ ਆਨੰਦ ਰੂਪ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ। ਅੰਮ੍ਰਿਤ ਹਰ ਕਾ ਨਾਮ। ਪਰ ਉਸ ਨੇ ਅੰਮ੍ਰਿਤ ਅਮਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਜਪਿਆ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਗੁਰ ਉਪਦੇਸ਼ ਰੂਪ ਅੰਮ੍ਰਿਤ ਬਾਣੀ ਦੁਆਰਾ ਜਦੋਂ ਹਰੀ ਦਾ ਨਾਮ ਰੂਪ ਅੰਮ੍ਰਿਤ ਹਿਰਦੇ ਵਿੱਚ ਧਾਰਿਆ। ਅੰਮ੍ਰਿਤ ਹਰ ਕਾ ਨਾਮ। ਤਦੋਂ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਪ੍ਰਾਪਤ ਹੋਇਆ। 3 ਦਿਨ ਹੋ ਗਏ ਨੇ ਸਾਨੂੰ ਇੱਥੇ ਅਟਕਿਆ ਹੋਇਆ। ਇਹਦਾ ਕੀ ਕਾਰਨ ਹੈ? ਬੇਨਤੀ ਇਸ ਤਰ੍ਹਾਂ ਹੈ ਭਈ ਜੋ ਇਹਦੇ ਵਿੱਚ ਸਿਧਾਂਤ ਹੈ ਉਹਦੇ ਨਾਲ ਹੀ ਸਾਡੀ ਕਲਿਆਣ ਹੋਈ ਹੈ ਤੇ ਜੀਵਨ ਸਫਲ ਹੋ ਰਿਹਾ ਹੈ। ਅੰਮ੍ਰਿਤ ਰਸ
ਗੁਰਬਾਣੀ ਦੀ ਸੰਥਿਆ ਕਰਨ ਤੋਂ ਉਪਰੰਤ ਨਾਲ ਨਾਲ ਸੰਥਿਆ ਨਾਲ ਨਾਲ ਕੀਰਤਨ ਸੰਪੂਰਨ ਹੋਇਆ ਤਾਂ ਉਸਤਾਦ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ ਨੇ ਬਾਂਹ ਤੋਂ ਫੜ ਕੇ ਆਖਿਆ ਵੀ ਹੁਣ ਸਿੱਧਾ ਹੋ ਜਾ। ਸੰਥਿਆ ਕਰਦਿਆਂ ਸਾਖੀਆਂ ਪੁੱਛਦਾ ਹੁੰਦਾ ਸੀ ਤੇ ਹੁਣ ਤੈਨੂੰ ਕਥਾ ਸਿਖਾਉਣੀ ਹੈ, ਸਭ ਕੁਝ ਛੱਡ ਦੇ ਤੇ ਬੰਦਾ ਬਣ ਕੇ ਇੱਕੋ ਕੰਮ ਵਾਲੇ ਪਾਸੇ ਲੱਗ ਜਾ। ਉਹ ਜਿਉਂ ਲਿਖਿਆ ਸਾਲ 2 ਸਾਲ ਲਿਖਦੇ ਹੀ ਰਹੇ। ਜਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਕਮਨਾਮਿਆਂ ਦੀ ਕਥਾ ਸੰਪੂਰਨ ਹੋਈ, ਕੰਪਿਊਟਰ ਦਾ ਜ਼ਮਾਨਾ ਆ ਗਿਆ। ਫੋਟੋ ਸਟੇਟ ਤੋਂ ਕੰਪੋਜ਼ਿੰਗ ਦੇ ਵਿੱਚ ਸਾਰੀ ਲਿਖਾਈ ਪਾ ਕੇ ਉਹਨੂੰ ਸੋਹਣੀ ਬੜੀ ਸਵਾਰ ਦਿੱਤਾ। ਫਿਰ ਸੋਚ ਆਈ ਕਿ ਫੋਟੋ ਸਟੇਟ ਕੀ ਕਰਾਉਣੀ ਹੈ, ਹੁਣ ਇਹਨੂੰ ਪ੍ਰੈਸ 'ਚ ਹੀ ਚਾੜ ਕੇ ਪੜਾ ਤੇ ਹਜ਼ਾਰਾਂ ਹੀ ਕਾਪੀਆਂ ਬਣਾ ਕੇ ਅੱਜ ਤਾਂ ਮਸਾਂ ਤਰਲੇ ਤੁਰਲੇ ਮਾਰ ਕੇ ਮਿਹਨਤ ਮਾਰ ਕੇ ਇੰਨੇ ਯਤਨਾਂ ਦੇ ਨਾਲ ਹੀ ਕੁਛ ਪ੍ਰਾਪਤ ਕੀਤਾ। ਹੁਣ ਅੱਗੇ ਹੋਰ ਕਿਸੇ ਨੂੰ ਇੰਜ ਨਾ ਕਰਨਾ ਪਏ। ਛਪੀ ਛਪਾਈ ਪੋਥੀ ਲਓ ਤੇ ਆਪਦੇ ਕਮਰੇ 'ਚ ਬੈਠ ਕੇ ਪੜ੍ਹੀ ਜਾਓ। ਹੁਣ ਤਾਂ ਹੋਰ ਵੀ ਐਡਵਾਂਸ ਜ਼ਮਾਨਾ ਹੋ ਗਿਆ, ਬਸ ਫੋਨ ਹੀ ਆਉਂਦਾ ਹੈ ਕਿ WhatsApp 'ਤੇ ਸੈਂਡ ਕਰ ਦਿਓ। 1 ਸਕਿੰਟ ਤੋਂ ਪਹਿਲਾਂ ਪੋਥੀ ਸਾਹਿਬ ਜਿਹੜਾ ਡਿਮਾਂਡ ਕਰਦਾ ਉਹਦੇ ਕੋਲ ਪਹੁੰਚ ਜਾਂਦੀ ਹੈ। ਗਿਆਨੀ ਜੀ ਆਪ ਤਾਂ USA ਚਲੇ ਗਏ, ਪੋਥੀ ਅਧੂਰੀ ਛਪਣੀ ਰਹਿ ਗਈ। ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿੰਦੇ ਇਹਦਾ ਨਾਮ ਰੱਖੋ ਸਿੰਘ ਸਾਹਿਬ। ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲਿਆਂ ਦੇ ਪਾਸ ਭੇਜਿਆ। ਉਹਨਾਂ ਨੇ ਪੋਥੀ ਦਾ ਨਾਮ ਰੱਖਿਆ ਅੰਮ੍ਰਿਤ ਰਸ। ਤੇ ਭੂਮਿਕਾ ਤਾਂ ਕਹਿੰਦੇ ਪਹਿਲੀਓ ਹੀ ਲਿਖੀ ਬੜੀ ਸੋਹਣੀ ਹੈ। ਮੈਂ 2 ਸ਼ਬਦ ਆਪਦੇ ਵੱਲੋਂ ਲਿਖ ਦਿਨਾਂ ਦੇ ਪੋਥੀ ਛਾਪੋ। ਸਤਿਨਾਮ ਵਾਹਿਗੁਰੂ ਕਿਹਾ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਜੀ ਦਾ ਆਸ਼ੀਰਵਾਦ ਲਿਆ, ਪੋਥੀ ਛਾਪਤੀ। ਸਾਲ ਬਾਅਦ ਗਿਆਨੀ ਜੀ ਬਾਹਰੋਂ ਆਏ, ਕੁਝ ਹੋਰ ਵਾਧਾ ਹੋਇਆ, 1 ਵੋਲੀਅਮ ਦੇ 2 ਬਣ ਗਏ। ਕਿਸੇ ਭਲੇ ਪੁਰਸ਼ ਚੰਗੇ ਭਲੇ ਗਿਆਨੀ ਸਿੰਘ ਜਾਣਕਾਰ ਬੰਦੇ ਨੇ ਇਸ ਗੱਲ ਤੇ ਉਂਗਲ ਚੁੱਕੀ, ਤਰਕ ਕੀਤੀ ਵੀ ਅੰਮ੍ਰਿਤ ਰਸ ਦਾ ਕੀ ਮਤਲਬ ਹੈ, ਇਹਦਾ ਨਾਮ ਅੰਮ੍ਰਿਤ ਰਸ ਹੀ ਕਿਉਂ ਰੱਖਿਆ ਹੈ। ਮੈਂ ਕਿਹਾ ਵੀ ਹੋਰ ਤਾਂ ਕੁਛ ਹੈ ਹੀ ਨਹੀਂ, ਪੋਥੀ 'ਚ ਹੈ ਹੀ ਅੰਮ੍ਰਿਤ ਰਸ। ਭਲਾ ਇਹ ਸਵਾਲ ਹੀ ਕੀ ਹੋਇਆ ਕਿ ਨਾਮ ਕਿਉਂ ਰੱਖਿਆ। ਬਾਣੀ ਦੀ ਕਥਾ ਹੈ ਤੇ ਬਾਣੀ ਦਾ ਸਾਰੀ ਅੰਮ੍ਰਿਤ ਰੂਪ ਹੀ ਹੈ। ਰਸ ਦਾ ਮਤਲਬ ਜਿਹੜਾ ਇਹਦੇ ਅਰਥਾਂ ਨੂੰ ਵਿਚਾਰ ਕੇ ਮਨ ਨੂੰ ਟਿਕਾ ਲਏਗਾ, ਰਸ ਉਹਨੂੰ ਆਪਣੇ ਆਪ ਹੀ ਆਊਗਾ। ਤੇ ਦੱਸੋ ਇਹਦੇ 'ਚ ਮਾੜੀ ਗੱਲ ਕੀ ਹੈ। ਫਿਰ ਮਨ 'ਚ ਸੋਚ ਪੈਦਾ ਹੋਈ ਵੀ ਅੰਮ੍ਰਿਤ ਰਸ ਤੇ ਹੀ ਹੁਣ ਲਿਖਿਆ ਜਾਏ, ਵੀ ਪੋਥੀ ਦਾ ਨਾਂ ਅੰਮ੍ਰਿਤ ਰਸ ਕਿਉਂ ਰੱਖਿਆ ਹੈ। ਤੋ ਇਸ ਵਾਸਤੇ ਇਹ ਜਿਹੜੀ ਪੰਕਤੀ ਹੈ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਉ, ਇਹਦੇ ਨਾਲ ਮੇਰਾ ਬਹੁਤ ਜ਼ਿਆਦਾ ਗੂੜਾ ਸੰਬੰਧ ਹੈ। 10-15 ਸਾਲਾਂ ਦਾ, ਕਿਉਂਕਿ 2 ਵੋਲੀਅਮ ਤੋਂ ਬਾਅਦ ਫਿਰ ਗਿਆਨੀ ਜੀ ਦੀ ਵਿਚਾਰ ਹੋਈ, ਉਸਤਾਦ ਜੀ ਦੀ ਹੁਕਮ ਹੋਇਆ ਕਿ ਇਹਦੇ ਵਿੱਚ ਕੁਝ ਹੋਰ ਵਾਧਾ ਕੀਤਾ ਜਾਏ। ਭਾਗ ਤਾਂ ਚੌਥਾ ਹੀ ਛਾਪ ਕੇ ਸਮਾਪਤੀ ਕਰ ਦੇਣੀ ਸੀ, ਪਰ ਗੁਰੂ ਸਾਹਿਬ ਇੰਨੇ ਬੇਅੰਤ ਹਨ, ਉਹਨਾਂ ਨੇ ਇਹੋ ਜਿਹਾ ਗਿਆਨ ਖੋਲ੍ਹਿਆ, ਇਹੋ ਜਿਹੀ ਕਿਰਪਾ ਕੀਤੀ।
ਪਹਿਲਾਂ 1 ਤੋਂ 2 ਭਾਗ ਹੋਏ, 2 ਤੋਂ 3 ਕਰਨੇ ਸੀ ਤੇ 3 ਦੀ ਬਜਾਏ ਬਣ ਗਏ 5। ਉਹ ਜਿਵੇਂ ਜਿਵੇਂ ਵੱਧਦਾ ਜਾਏ, ਮੈਂ ਕਿਹਾ ਜੀ ਮੈਨੂੰ ਤਾਂ ਡਰ ਲੱਗ ਰਿਹਾ ਵੀ ਇੰਨਾ ਕੁਛ ਅੱਗੇ ਚਰਿਆ ਜਾ ਰਿਹਾ। ਕਹਿੰਦੇ ਕੋਈ ਨਹੀਂ, 1 ਭਾਗ ਹੋਰ ਬਣਾ ਦਾਂਗੇ, 4ਥਾ ਬਣਾ ਦਾਂਗੇ। ਤੇ ਮੈਂ ਕਿਹਾ ਜੀ ਹੋਰ ਵੱਧ ਗਿਆ। ਕਹਿੰਦੇ ਕੋਈ ਨਹੀਂ, 5ਵਾਂ ਬਣਾ ਦਾਂਗੇ। ਫਿਰ ਮੈਂ ਕਿਹਾ ਹੁਣ ਸਮਾਪਤੀ ਕਰੀਏ। ਤੋ ਕਿਸੇ ਭਲੇ ਪੁਰਸ਼ ਦੀ ਤਰਕ ਹੋਈ ਕਿ ਇਹਦਾ ਨਾਮ ਅੰਮ੍ਰਿਤ ਰਸ ਕਿਉਂ ਹੈ, ਇਹਦੇ 'ਚ ਕੀ ਅੰਮ੍ਰਿਤ ਹੈ ਦੱਸੋ। ਤੇ ਉਹਨਾਂ ਨੂੰ ਮੈਂ ਬੜਾ ਸਮਝਾਇਆ, ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਅੰਮ੍ਰਿਤ ਤੋਂ ਬਗੈਰ ਹੈ ਹੀ ਕੁਛ ਨਹੀਂ। ਕੋਈ ਹੋਰ ਬੰਦਾ ਤਰਕ ਨਾ ਕਰੇ। ਇਸ ਸਵਾਲ ਦਾ ਉੱਤਰ ਦੇਣ ਲਈ 3 ਪੋਥੀਆਂ ਦੀ ਛਪਾਈ ਤੋਂ ਪਹਿਲਾਂ ਇੱਕ ਭੂਮਿਕਾ ਤਿਆਰ ਕੀਤੀ ਗਈ। ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਪ੍ਰਮਾਣ ਪ੍ਰਾਪਤ ਹੋਏ ਗੁਰਬਾਣੀ ਦੇ ਵਿੱਚੋਂ, ਜਾਂ ਜਿਵੇਂ ਜਿਵੇਂ ਯਾਦ ਆਉਂਦਾ ਗਿਆ ਤਿਵੇਂ ਤਿਵੇਂ ਉਹ ਲਿਖਦੇ ਗਏ। ਇੱਕ ਬਹੁਤ ਵੱਡਾ ਲੇਖ ਅੰਮ੍ਰਿਤ ਰਸ 'ਤੇ ਬਣ ਗਿਆ। ਸੋ ਇਹ ਪੰਕਤੀ ਹੁਣ ਲੜੀਵਾਰ ਕਥਾ ਦੀ ਚਲਦਿਆਂ ਚਲਦਿਆਂ ਅੰਮ੍ਰਿਤ ਰਸ ਦੇ ਸੰਬੰਧ ਵਿੱਚ ਆਈ ਹੈ। ਅੱਗੇ ਜਾਣ ਨੂੰ ਮੇਰਾ ਜੀਅ ਨਹੀਂ ਕੀਤਾ। 3 ਦਿਨ ਹੋ ਗਏ ਨੇ। ਕੱਲ੍ਹ ਹੁਕਮਨਾਮਾ ਵੀ ਪੜ੍ਹਿਆ। ਸੋਚ ਸੀ ਵੀ ਸ਼ਹੀਦਾਂ ਦਾ ਦਿਹਾੜਾ ਹੈ, ਅੱਜ ਕਥਾ ਨੂੰ ਅੱਗੇ ਚਲੰਤ ਕਰਕੇ ਸ਼ਹੀਦਾਂ ਬਾਬਤ ਬੋਲਾਂਗੇ। ਪਰ ਗੁਰੂ ਸਾਹਿਬ ਮਹਾਰਾਜ ਨੇ ਹੁਕਮਨਾਮਾ ਹੀ ਇਸ ਤਰ੍ਹਾਂ ਦਾ ਬਖਸ਼ਿਆ। ਉਹ ਫਿਰ ਅੰਮ੍ਰਿਤ ਰਸ 'ਤੇ ਹੀ ਵਿਚਾਰ ਪ੍ਰਾਰੰਭ ਹੋ ਗਈ। ਭਾਂਡਾ ਤੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਦੂਧ ਕਰਮ ਪੁਨ ਸੁਰਤ ਸਮਾਇਨ ਹੋਏ, ਨਿਰਾਸ ਜਮਾਵੋ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਰਹਾਓ ਇਮਨ ਈਟੀ ਹਾਥ ਕਰੋ, ਫੋ ਨੇਤਰੋ ਨੀਂਦ ਨ ਆਵੈ। ਅੰਮ੍ਰਿਤ ਨਾਮ ਜਪੋ ਤਬ ਮਥੀਐ। ਅੰਮ੍ਰਿਤ ਨਾਮ, ਅੰਮ੍ਰਿਤ ਤੋਂ ਬਗੈਰ ਹੈ ਹੀ ਕੁਛ ਨਹੀਂ। ਸਾਰਾ ਅੰਮ੍ਰਿਤ ਨਾਮ ਠਾਕੁਰ ਕਾ ਹੀ ਪਇਓ ਹੈ ਗੁਰੂ ਗ੍ਰੰਥ ਸਾਹਿਬ 'ਚ। ਪੋਥੀਆਂ ਵੀ ਉਹਨਾਂ 'ਚੋਂ ਹੀ ਬਣਾਈਆਂ, ਆਪਾਂ ਕਿਹੜਾ ਆਪਦੇ ਘਰੋਂ ਬਣਾਈਆਂ। ਜਿਹੜੇ ਜਿਹੜੇ ਹੁਕਮਨਾਮੇ ਆਏ ਨੇ, ਕਾਮਨ ਜਿਹੇ ਹੁਕਮਨਾਮੇ ਆਉਂਦੇ ਨੇ, ਆਮ ਹੀ ਜਿਹੜੇ ਆਉਂਦੇ ਹੁੰਦੇ, ਉਹਨਾਂ ਨੂੰ ਇਕੱਠਾ ਕਰ ਕਰਕੇ ਉਹਦੀ ਵਿਚਾਰ ਦਿੱਤੀ ਹੈ। ਅਰਥ ਮਹਾਂਪੁਰਖਾਂ ਦੇ ਨੇ, ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ। ਆਪਣਾ ਤਾਂ ਕੁਛ ਵੀ ਨਹੀਂ। ਮੈਂ ਤਾਂ ਜਦੋਂ ਕਲਮ ਫੜੀ ਸੀ, ਮੈਨੂੰ ਯਾਦ ਹੈ ਵੀ ਮਾਲਪੁਰ ਆਪਾਂ ਕਥਾ ਪ੍ਰੋਗਰਾਮ ਦੇ ਗੁਰਪੂਰਾ ਭੇਟਿਓ ਵਡਭਾਗੀ ਵਾਲਾ ਹੁਕਮਨਾਮਾ ਲਿਖ ਰਿਹਾ ਸੀ। ਜਦ ਨਾਨਕ ਗੁਰਪੂਰਾ ਭੇਟਿਓ ਸਗਲੇ ਦੁੱਖ ਬਨਾਸੇ, ਜਦ ਨਾਨਕ ਨਾਮ ਆਇਆ ਤੇ ਮੈਂ ਆਖਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ। ਮੈਨੂੰ ਤਾਂ ਇੰਨਾ ਨਹੀਂ ਸੀ ਪਤਾ ਵੀ ਕਥਨ ਕੌਣ ਕਰ ਰਿਹਾ। ਕਹਿੰਦੇ ਮੂਰਖ ਮੱਤ, ਕਲਮ ਤੋਂ ਫੜ ਲਈ, ਉੱਤੇ ਕੀ ਲਿਖਿਆ? ਸੋਰਠ ਮਹੱਲਾ 5ਵਾਂ, 5ਵੇਂ ਪਾਤਸ਼ਾਹ ਲਿਖ। ਜੇ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਣਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 5ਵਾਂ ਸਰੂਪ ਲਿਖ। ਇੰਨੀ ਸਮਝ ਨਹੀਂ ਸੀ। ਤੋ ਜੋ ਕੁਛ ਮਿਲਿਆ ਸੰਗਤ ਦੇ ਵਿੱਚੋਂ, ਮਹਾਰਾਜ ਦੀ ਬਾਣੀ 'ਚੋਂ, ਇਸ ਲਈ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਅਰਥ ਨੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ, ਤੇ ਵਿਚਾਰ ਗੁਰਮਤਿ ਦੀ ਜੋ ਟਕਸਾਲ ਵਿੱਚੋਂ ਉਸਤਾਦਾਂ ਦੇ ਪਾਸੋਂ ਪ੍ਰਾਪਤ ਹੋਈ। ਫਿਰ ਅੱਗੇ ਦੀ ਅੱਗੇ ਕੁਝ ਆਪ ਵੀ ਸ਼ਬਦ ਯਾਦ ਹੋਣ ਲੱਗ ਪੈਂਦੇ। ਜਿਸ ਤਰ੍ਹਾਂ ਕੱਲ੍ਹ ਹੁਕਮਨਾਮਾ ਸੀਗਾ, ਉਹ ਪਹਿਲਾਂ ਯਾਦ ਹੀ ਨਹੀਂ ਆਇਆ ਲਿਖਣ ਲੱਗਿਆਂ, ਉਹ ਕੱਲ੍ਹ ਹੀ ਯਾਦ ਆਇਆ। ਇਸੇ ਤਰ੍ਹਾਂ ਹੁੰਦਾ ਭਾਂਡਾ ਕਿਛ ਨਾ ਸਮਾਵੈ, ਸਿੱਧੇ ਅੰਮ੍ਰਿਤ ਪਰੈ ਨਿਹਾਰ। ਇਹ ਪੰਕਤੀ ਦਾ ਵੀ ਅੰਮ੍ਰਿਤ ਨਾਲ ਸੰਬੰਧ ਹੈ। ਇਹ ਵੀ ਉਦੋਂ ਪਹਿਲਾਂ ਯਾਦ ਨਹੀਂ ਆਇਆ, ਉਹ ਕੱਲ੍ਹ ਹੀ ਯਾਦ ਆਇਆ। ਤੋ ਇਸ ਤਰ੍ਹਾਂ ਬਾਣੀ ਦਾ ਖਜ਼ਾਨਾ ਬੜਾ ਅਗਾਧ ਬੋਧ ਹੈ। ਜੇ ਕੋਈ ਕਹੇ ਵੀ ਅੰਮ੍ਰਿਤ ਰਸ ਕਿਵੇਂ ਹੈ, ਅੰਮ੍ਰਿਤ ਰਸ ਤੋਂ ਬਗੈਰ ਕੁਛ ਹੈ ਹੀ ਨਹੀਂ, ਗੱਲ ਤਾਂ ਆਪਦੇ ਮਨ ਦੀ ਹੈ। ਜੇ ਸਾਡਾ ਭਾਂਡਾ ਸਿੱਧਾ ਹੋਊਗਾ, ਸਾਫ਼ ਸਪਸ਼ਟ ਹੋਊਗਾ, ਤਾਂ ਹੀ ਇਹ ਜਿਹੜਾ ਨਾਮ ਅੰਮ੍ਰਿਤ ਹੈ, ਕਥਾ ਦਾ ਅੰਮ੍ਰਿਤ ਹੈ, ਕੀਰਤਨ ਦਾ ਅੰਮ੍ਰਿਤ ਹੈ, ਇਹ ਸਾਨੂੰ ਪ੍ਰਾਪਤ ਹੋਊਗਾ। ਜਿਵੇਂ ਦੋਧੀ ਕੋਲੋਂ ਦੁੱਧ ਮਿਲਦਾ ਹੈ, दूध अमृत खड़ खावे अमृत दे, दुध नूं अमृत आख्या है महाराज ने। तो इसलिए
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤਾਂ ਰਸ ਆਉਂਦਾ ਹੈ। ਅੰਮ੍ਰਿਤ ਅਤੇ ਰਸ ਦੋ ਅੱਖਰਾਂ ਦੀ ਵਿਆਖਿਆ ਪਰਸੋਂ ਦੀ ਚੱਲ ਰਹੀ ਹੈ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪ੍ਰਭੂ ਦਾ ਨਾਮ ਇਹਦੇ ਵਿੱਚ ਹੈ, ਅਤੇ ਰਸ ਜੋ ਪੜ੍ਹ ਕੇ ਜਿਸ ਤਰ੍ਹਾਂ ਉਹਨੂੰ ਸ਼ਰਦਾਈ ਨੂੰ ਘੋਟਾ ਲਾਈਦਾ ਹੈ, ਨਿਹੰਗ ਰਗੜੀ ਜਾਂਦੇ ਰਗੜੀ ਜਾਂਦੇ ਰਗੜੀ ਜਾਂਦੇ, ਉਹ ਜਿੰਨਾ ਰਗੜੋ ਓਨਾ ਹੀ ਉਹਦੇ 'ਚ ਸਵਾਦ ਮਿਲਦਾ ਹੈ। ਇਉਂ ਜਿਹੜਾ ਸ਼ਬਦ ਹੈ ਜਿੰਨਾ ਇਹਦਾ ਅਭਿਆਸ ਕਰੋ ਬਾਰ 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 ਬਾਰ, ਕੋਈ ਕਵਿਤਾ ਹੈ ਕੋਈ ਗੱਲਬਾਤ ਹੈ, ਇੱਕ ਵਾਰੀ ਕੋਈ ਪੜ੍ਹ ਕੇ ਸੁਣਾ ਦੇਵੇ ਮਨ ਫਿੱਕਾ ਪੈ ਜਾਂਦਾ, ਪਰ ਬਾਰੀ ਜਿੰਨੀ ਵਾਰ ਮਰਜ਼ੀ ਪੜ੍ਹੋ ਤੁਹਾਨੂੰ ਓਨਾ ਵੱਧ ਰਸ ਆਊਗਾ। ਚਿੱਤ ਚਿੱਤ ਕੇ ਭੋਜਨ ਖਾਣ ਦੇ ਨਾਲ ਪਚਦਾ ਵੀ ਛੇਤੀ ਹੈ, ਪੇਟ ਵੀ ਜਲਦੀ ਭਰਦਾ ਅਤੇ ਤਾਕਤ ਵੀ ਮਿਲਦੀ ਹੈ। ਜਿਹੜਾ ਕੱਚ ਬਲੱਚਾ ਜਿਹਾ ਚੱਬ ਚੁੱਬ ਕੇ ਡੰਗਰਾਂ ਵਾਂਗ ਅੰਦਰ ਲਗਾ ਦੇਣਾ, ਉਹਦੇ ਨਾਲ ਪੇਟ ਦੀ ਖਰਾਬੀ ਵੀ ਹੋ ਜਾਂਦੀ ਹੈ, ਅਤੇ ਪਚਣਾ ਉਹਨੇ ਕੀ ਹੈ, ਸਗੋਂ ਬਿਮਾਰੀ ਪੈਦਾ ਕਰਦਾ। ਅਤੇ ਇਸ ਲਈ ਚਿੱਤ ਚਿੱਤ ਕੇ ਭੋਜਨ ਖਾਣ ਦੀ ਤਰ੍ਹਾਂ ਜਿਹਨੇ ਰਸ ਲੈਣਾ ਹੈ, ਸਵਾਦ ਲੈਣਾ, ਆਨੰਦ ਲੈਣਾ ਹੈ, ਉਹਨੂੰ ਅਭਿਆਸ ਕਰਨਾ ਪਏਗਾ। ਇਹ ਜਿਹੜਾ ਅੰਮ੍ਰਿਤ ਮਹਾਰਾਜ ਦਾ ਨਾਮ ਹੈ, ਗੁਰੂ ਪਿਆਰੀ ਸਾਧ ਸੰਗਤ ਜੀਓ, ਇਹਦੇ ਵਿੱਚੋਂ ਵੀ ਇਸੇ ਪ੍ਰਕਾਰ ਰਸ ਦੀ ਪ੍ਰਾਪਤੀ ਹੁੰਦੀ ਹੈ। ਆਪ ਆਪਣੀ ਅਵਸਥਾ ਦੇ ਮੁਤਾਬਕ ਜਿਵੇਂ ਜਿਵੇਂ ਕਿਸੇ ਦਾ ਮਨ ਟਿਕਿਆ, ਜਿਹਦਾ ਮਨ ਘੱਟ ਟਿਕਿਆ ਉਹਨੂੰ ਘੱਟ ਰਸ ਆਉਂਦਾ, ਜਿਹਦਾ ਮਨ ਵੱਧ ਟਿਕ ਗਿਆ ਇਕਾਗਰਤਾ ਦੇ ਵਿੱਚ ਵੱਧ ਰਸ ਪ੍ਰਾਪਤ ਹੁੰਦਾ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਜਿਨ ਚਾਖਿਆ ਤਿਸ ਆਇਆ ਸਾਧ, ਜਿਸ ਨੇ ਪ੍ਰੀਤੀ ਰੂਪ ਰਸਨਾ ਦੇ ਨਾਲ ਇਸ ਅੰਮ੍ਰਿਤ ਨਾਮ ਬਾਣੀ ਦੇ ਰਸ ਨੂੰ, ਕਥਾ ਕੀਰਤਨ ਨੂੰ ਚੱਖ ਲਿਆ, ਸਵਾਦ ਤਾਂ ਉਹਨੂੰ ਹੀ ਆਇਆ ਹੈ। ਅਤੇ ਇਉਂ ਹਰ ਨਾਮ ਅਮੋਲਾ, ਇਹ ਹਰੀ ਦਾ ਨਾਮ ਅਮੋਲਕ ਹੈ, ਕੀਮਤ ਕਹੀ ਨਾ ਜਾਈ ਹੈ, ਕਿਆ ਕਹਿ ਮੁਖ ਬੋਲਾ। ਤੇ ਇਸ ਲਈ ਜਿਨ ਚਾਖਿਆ ਤੇ ਸਾਇਆ ਸਾਧ, ਜਿਉ ਗੂੰਗਾ ਮਨ ਮੈਂ ਬਿਸਮਾਦ, ਉਹ ਗੂੰਗੇ ਦੀ ਤਰ੍ਹਾਂ ਫਿਰ ਦੱਸ ਨਹੀਂ ਸਕਦਾ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਇਉਂ ਹਰੀ ਨਾਮ ਰਸ ਗੁਰੂ ਧਾਰਨ ਕਰਨ ਤੋਂ ਬਾਅਦ ਸੁਹਾਗਣ ਬੀਬੀਆਂ ਵਾਂਗ ਜਦ ਗੁਰਮੁਖ ਬਣ ਕੇ ਗੁਰੂ ਦੇ ਬਚਨ ਬਾਣੀ ਨੂੰ ਮੰਨੇਗਾ, ਤਾਂ ਮੰਨਣ ਤੋਂ ਹੀ ਗੁਰੂ ਦੀ ਦਇਆ ਦ੍ਰਿਸ਼ਟੀ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਰਸੀ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਕੋਈ ਵੇ ਪ੍ਰਵਾਹ ਨ ਬੋਲਣੀ, ਹੋ ਮਲ ਮਲ ਧੋਵਾਂ ਦਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸੰਤ ਸੁਹਾਗਣ ਬੀਬੀਆਂ ਮਹਾਂਪੁਰਖਾਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੂੰ ਰਸ ਆਇਆ। ਕਿਵੇਂ ਆਇਆ ਹੈ? ਉਹ ਬੋਲਦੇ ਨਹੀਂ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹੋ ਮੈਂ ਮਾਰ। ਉਹ ਕਹਿੰਦੇ ਤੂੰ ਗੁਰੂ ਦੇ ਚਰਨੀ ਲੱਗ ਜਾ, ਅੰਮ੍ਰਿਤ ਛਕ ਤੇ ਆ ਮਾਲਾ ਫੜ, ਵਾਹਿਗੁਰੂ ਕਰਿਆ ਕਰ, ਆਪਣੇ ਆਪ ਹੀ ਸਭ ਕੁਛ ਆ ਜਾਊਗਾ। ਰਹਾਉ ਗੁਰਮੁਖੀਆ ਸੁਹਾਗਣੀ, ਤੈਨੂੰ ਦਇਆ ਪਈ ਮਨ ਆਏ। ਉਹਨਾਂ ਦੇ ਮਨ 'ਚ ਜਦ ਦਇਆ ਆਈ ਤਾਂ ਉਹਨਾਂ ਸਤਿਗੁਰੂ ਵਚਨ ਰਤਨ ਹੈ ਆਖਿਆ ਵੀ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਜਿਹੜਾ ਸ਼ਬਦ ਹੈ ਇਹ ਰਤਨ ਹੈ, ਹੀਰੇ ਮੋਤੀ ਜਵਾਹਰਾਤ ਗੁਣਾਂ ਦੇ ਜੜੇ ਹੋਏ ਨੇ, ਮਨ ਦੇ ਵਿੱਚ ਵਸਾ ਪਾਈ। ਜੋ ਮੰਨੇ ਸੋ ਹਰ ਰਸ ਖਾਏ, ਜਿਹੜਾ ਮੰਨੇਗਾ ਸੋ ਹਰੀ ਨਾਮ ਰਸ ਨੂੰ ਛਕੇਗਾ। ਸੇ ਵਡ ਭਾਗੀ ਵਡ ਜਾਣੀਐ ਹੈ, ਜਿਨ ਹਰ ਰਸ ਖਾਧਾ ਗੁਰ ਭਾਏ। ਇਹੋ ਹਰ ਰਸ ਵਣ ਦਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਓਏ ਸਤਿਗੁਰ ਆਗੇ ਨਾ ਨਿਵੈ, ਉਹਨਾਂ ਅੰਦਰ ਕ੍ਰੋਧ ਬਲਾਏ।
ਹਰ ਹਰ ਹਰਸ ਆਪ ਹੈ ਆਪੇ ਹਰਸ ਹੋਏ। ਆਪ ਦਇਆ ਕਰ ਦੇਵਸੀ ਗੁਰਮੁਖੀ ਅੰਮ੍ਰਿਤ ਚੋਏ। ਜਿਨ੍ਹਾਂ ਨੂੰ ਆਪ ਦਇਆ ਕਰਕੇ ਵਾਹਿਗੁਰੂ ਦਿੰਦਾ, ਉਹਨਾਂ ਗੁਰਮੁਖਾਂ ਦੇ 10ਵੇਂ ਦੁਆਰ ਦੇ ਵਿੱਚੋਂ ਅੰਮ੍ਰਿਤ ਚੋਂਦਾ ਹੈ। ਸਭ ਤਨ ਮਨ ਹਰਿਆ ਹੋਇਆ। ਜਿਸ ਤਰ੍ਹਾਂ ਬੂਟੇ ਨੂੰ ਪਾਣੀ ਦਿਓ ਤੇ ਬੂਟਾ ਹਰਿਆ ਹੋ ਜਾਂਦਾ, ਇਉਂ ਮਨ ਸੁੱਕਾ ਹਰਿਆ ਹੋਇਆ। ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ। ਜਦ ਅੰਮ੍ਰਿਤ ਝਰਦਾ ਹੈ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੁਆ। ਫਿਰ ਅਟਲ ਹੋ ਜਾਂਦਾ, ਅਮਰ ਹੋ ਜਾਂਦਾ, ਫਿਰ ਮਰਦਾ ਨਹੀਂ। ਤੇ ਮਨ ਹਰਿਆ ਸ਼ੁਭ ਗੁਣਾਂ ਦੇ ਨਾਲ ਖਿੜ ਜਾਂਦਾ। ਫਿਰ ਨਾ ਰੋਟੀ ਦੀ ਲੋੜ ਹੈ, ਨਾ ਪਾਣੀ ਦੀ ਲੋੜ ਹੈ, ਨਾ ਝੋਕਾਂ ਵੱਜਦੀਆਂ, ਨਾ ਸੁਸਤੀ, ਨਾ ਗੱਲ, ਨਾ ਬਾਤ। ਬੇੜੇ ਪਾਰ ਜਿਉਂਦਿਆਂ ਹੀ ਮੁਕਤੀ ਦੀ ਪ੍ਰਾਪਤੀ। ਇਹ ਇੱਕ ਬਹੁਤ ਉੱਚੀ ਅਵਸਥਾ ਦੀ ਗੱਲ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਨਾਨਕ ਹਰਿ ਵਸਿਆ ਮਨ ਸੋਏ। ਜਿਹਦੇ ਮਨ 'ਚ ਉਹ ਹਰੀ ਦਾ ਨਾਮ ਵਸ ਗਿਆ, ਉਹਨੂੰ ਅੰਮ੍ਰਿਤ ਰਸ ਜਿਨ ਪਾਇਆ ਤਿਰਤਾ ਕਾ ਸੁਹਾਗ। ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ। ਜਿਨ੍ਹਾਂ ਪਾ ਲਿਆ ਉਹਨਾਂ ਦਾ ਸੁਹਾਗ। ਵਾਹਿਗੁਰੂ ਪਤੀ ਅਟਲ ਹੈ, ਉਹਦੀ ਪ੍ਰਾਪਤੀ ਹੋ ਗਈ। ਸੋ ਇਹ ਖੁਦ ਪ੍ਰਮਾਤਮਾ ਆਪ ਹੀ ਦਇਆ ਕਰਕੇ ਦਿੰਦਾ, ਕਿਸੇ ਦੇ ਵਿੱਚ ਘੋਲ ਕੇ ਨਹੀਂ ਪਾਈਦਾ। ਛਬੀਲ ਦੀ ਤਰ੍ਹਾਂ ਗੁਰਮੁਖਾਂ ਦੇ ਅੰਦਰ ਇਸ ਤਰ੍ਹਾਂ ਦਾ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕੜਾਈ ਅੰਮ੍ਰਿਤ ਚੋਂਦਾ ਰਹਿੰਦਾ ਹੈ। ਜਿਵੇਂ ਸ਼ਹਿਦ ਦੇ ਛੱਤੇ 'ਚੋਂ ਸ਼ਹਿਦ ਚੋਂਦਾ ਹੈ। ਪਹਿਲਾਂ ਬੁੱਟਾਂ 'ਚੋਂ ਨਿਕਲਦਾ, ਫਿਰ ਜ਼ਬਾਨ 'ਤੇ ਡਿੱਗਦਾ ਰਹਿੰਦਾ, ਫਿਰ ਸੰਗ 'ਚ ਚੋਂਦਾ। ਇਹ ਪ੍ਰਤੱਖ ਇਸੇ ਤਰ੍ਹਾਂ ਹੀ ਹੈ। ਜਿਸ ਤਰ੍ਹਾਂ ਕੋਈ ਚੀਜ਼ ਖਾਧੀ ਹੋਵੇ, ਪੀਤੀ ਹੋਵੇ, ਇਉਂ ਜਾਪਦਾ ਹੈ ਕਿ ਸਭ ਰਸ ਮਿੱਠੇ ਮੁਖ ਲੱਗੇ ਜਾਂ ਹਰ ਗੁਣ ਗਾਏ। ਕਿ ਇਹ ਜਲੇਬੀ ਖਾਧੀ ਹੈ, ਜਾਂ ਸ਼ਹਿਦ ਖਾ ਰਹੇ ਹਾਂ, ਜਾਂ ਦੁੱਧ ਪੀ ਰਹੇ ਹਾਂ। ਤੋ ਇਸ ਤਰ੍ਹਾਂ ਇਹਨੂੰ ਛੱਕ ਕੇ ਫਿਰ ਕਈ ਦਿਨ ਬੰਦਾ ਖੀਵਾ ਮਸਤ ਹੋਇਆ ਰਹਿੰਦਾ। ਪ੍ਰਤੱਖ ਵੀ ਭੁੱਖ ਲੱਗਣੋਂ ਹਟ ਜਾਂਦੀ। ਤੇ ਇਸੇ ਅੰਮ੍ਰਿਤ ਦਾ ਸਦਕਾ ਤਨ ਤੇ ਮਨ ਹਰਿਆ ਹੋਇਆ ਰਹਿੰਦਾ, ਖਿੜਿਆ ਰਹਿੰਦਾ। ਫੁੱਲ ਗੁਲਾਬ ਦੀ ਤਰ੍ਹਾਂ ਖੁਦ ਹਰੀ ਆਪ ਤੇ ਉਹਦਾ ਰਸ ਮਨ ਵਿੱਚ ਆ ਵਸਦਾ। ਇਹਨੇ ਇਸੇ ਨੂੰ ਹੀ ਅੰਮ੍ਰਿਤ ਰਸ ਕਹਿੰਦੇ ਨੇ। ਜੇ ਪ੍ਰਤੱਖ ਲਾਓ ਤੇ ਫਿਰ ਇਹ ਗੁਰੂ ਮਹਾਰਾਜ ਦੇ ਸ਼ਬਦ ਵਿੱਚੋਂ ਪ੍ਰਾਪਤ ਹੁੰਦਾ ਹੈ। ਤੇ ਭਾਵਨਾ ਵੀ ਹੋਣੀ ਚਾਹੀਦੀ ਹੈ ਕਿ ਸਾਨੂੰ ਸ਼ਬਦ ਵਿੱਚੋਂ ਮਿਲੇ। ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ। ਆ ਬਾਣੀ ਦੀ ਪੰਗਤੀ ਹੈ, ਅੰਮ੍ਰਿਤ ਬਾਣੀ ਅਮਿਓ ਰਸ। ਇਹੀ ਹੈ ਨਾ, ਅੰਮ੍ਰਿਤ ਬਾਣੀ ਅਮਿਓ ਰਸ। ਅੰਮ੍ਰਿਤ ਹਰਿ ਕਾ ਨਾਮ। ਸੇ ਅੰਮ੍ਰਿਤ ਬਾਣੀ ਹੈ ਜਿਹਦੇ 'ਚ ਅੰਮ੍ਰਿਤ ਰਸ ਹੈ। ਹਰੀ ਦਾ ਨਾਮ ਅੰਮ੍ਰਿਤ ਹੈ। ਸਾਧ ਸੰਗਤ ਜੀਓ, ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਮੈਂ ਅੱਖਾਂ ਨਾਲ ਵੇਖਿਆ ਹੈ। ਕਹਿਣ ਦੀਆਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰੀ ਜਾਓ, ਪਰ ਇਹ ਪ੍ਰਤੱਖ ਵੇਖਣ ਦੀ ਗੱਲ ਹੈ। ਸਾਡੇ ਸਿੰਘਾਂ ਦੇ ਵਿੱਚ ਇੱਕ ਗਿਆਨੀ ਕੁਲਦੀਪ ਸਿੰਘ ਜੀ, ਜਿਨ੍ਹਾਂ ਦਾ ਮਾਲਪੁਰ ਦੇ ਕੋਲ ਨਗਰ ਹੈ। ਕਈ ਵਾਰ ਮੈਂ ਉਹਨਾਂ ਨੂੰ ਕਹਿਣਾ, ਮੈਂ ਕਿਹਾ ਵੀ ਤੁਸੀਂ ਛੇਤੀ ਕਰਿਆ ਕਰੋ। ਸੰਗਤਾਂ ਵਿਚਾਰੀਆਂ ਖੜੀਆਂ ਰਹਿੰਦੀਆਂ ਨੇ, 5-5 ਘੰਟੇ ਖੜ੍ਹਨਾ ਔਖਾ ਹੋ ਜਾਂਦਾ। ਫਿਰ ਕਈ ਦੂਰ ਤੋਂ ਆਉਂਦੇ ਨੇ, 50-50 ਕਿਲੋਮੀਟਰ ਤੋਂ। ਉਹਨਾਂ ਲਈ ਘਰ ਵਾਪਸ ਮੁੜਨਾ ਔਖਾ ਹੋ ਜਾਂਦਾ। ਅਤੇ ਅੰਮ੍ਰਿਤ ਸੰਚਾਰ ਥੋੜ੍ਹਾ ਫਾਸਟ ਜਲਦੀ ਕਰਿਆ ਕਰੋ। ਪਰ ਉਹਨਾਂ ਨੂੰ ਕੋਈ ਮਤਲਬ ਨਹੀਂ ਕਾਹਲੀ ਨਾਲ। ਜਿਉਂ ਲੱਗਣਾ ਹੌਲੀ 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 5-5 6-6 ਘੰਟੇ ਕਰਨ ਵੇਲੇ ਆਪਾਂ 3 ਘੰਟਿਆਂ 'ਚ ਵੀ ਕਰ ਦਿੰਦੇ, ਨਹੀਂ ਤਾਂ 4-4.5 ਘੰਟਿਆਂ 'ਚ ਨਾਰਮਲ ਅੰਮ੍ਰਿਤ ਸੰਚਾਰ ਹੋ ਜਾਂਦਾ। ਪਰ ਉਹਨਾਂ 5.5 ਘੰਟੇ 6 ਘੰਟੇ ਲਾ ਦੇਣੇ। ਜਦ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ, 1999 ਦੀ ਗੱਲ ਹੈ। ਸਾਡੇ 5 ਜਥੇ ਬਣੇ 5 ਪਿਆਰਿਆਂ ਦੇ, ਅਤੇ ਸਾਰਿਆਂ ਨੂੰ ਇੱਕ ਤਾਂ ਲਾਜ਼ਮੀ, ਨਹੀਂ ਤਾਂ 2-2 ਹਰੇਕ ਦਿਨ ਅੰਮ੍ਰਿਤ ਸੰਚਾਰ ਕਰਨੇ ਪੈਂਦੇ। ਉਹ ਗਿਆਨੀ ਕੁਲਦੀਪ ਸਿੰਘ ਜੀ ਸਭ ਤੋਂ ਪਹਿਲਾਂ ਉੱਥੇ ਕਿਰਪਾ ਹੋਈ।
ਕੋਈ ਬਠਿੰਡੇ ਜ਼ਿਲ੍ਹੇ 'ਚ ਨਗਰ ਸੀਗਾ। ਤੋਂ ਪਹਿਲੀ ਵਾਰ ਉੱਥੇ ਮਹਾਰਾਜ ਦੀ ਬਖਸ਼ਿਸ਼ ਹੋਈ। ਅੰਮ੍ਰਿਤ ਸੰਚਾਰ ਕਰਦਿਆਂ ਹੋਇਆਂ ਇੰਨਾ ਪਿਆਰ, ਇੰਨਾ ਮਨ ਦਾ ਟਿਕਾਓ ਕਿ ਕੰਧਾਂ ਦੇ ਵਿੱਚੋਂ ਅੰਮ੍ਰਿਤ ਚੋਣ ਲੱਗ ਪਿਆ। ਫਿਰ ਜਿੱਥੇ ਵੀ ਅੰਮ੍ਰਿਤ ਸੰਚਾਰ ਕਰਨਾ, ਹਰੇਕ ਜਗ੍ਹਾ ਦੀ ਅੰਮ੍ਰਿਤ ਚੋਣ ਲੱਗ ਪੈਣਾ। ਬਾਟਾ ਦਾ ਤਿਆਰ ਹੋਣਾ ਹੀ ਹੋਣਾ। ਇੰਨੇ ਪਿਆਰ ਨਾਲ ਉਹਨਾਂ ਬਾਣੀ ਪੜ੍ਹਨੀ, ਪ੍ਰਚਾਰ ਕਰਨਾ ਕਿ ਕੰਧਾਂ ਦੇ ਵਿੱਚੋਂ ਤੁਪ ਕੇ ਸੰਗਤਾਂ ਨੇ ਜ਼ਬਾਨ ਲਾ ਕੇ ਉਹਨਾਂ ਨੂੰ ਚੱਟਣਾ ਤੇ ਉਹ ਅੰਮ੍ਰਿਤ ਹੋਣਾ। ਕਾਫੀ ਗੱਲ ਪ੍ਰਸਿੱਧ ਹੋ ਗਈ। ਫਿਰ ਮਹਾਂਪੁਰਖਾਂ ਨੇ ਰੋਕਿਆ, ਆਖਿਆ ਵੀ ਕਲਯੁਗ ਦਾ ਸਮਾਂ ਹੈ ਤੇ ਹਰੇਕ ਜਗ੍ਹਾ ਤੇ ਇਸ ਤਰ੍ਹਾਂ ਨਾ ਕਰਿਆ ਕਰੋ। ਕਹਿੰਦੇ ਵੀ ਮਹਾਰਾਜ ਦੀ ਕਿਰਪਾ, ਹੁਣ ਆਪਾਂ ਤਾਂ ਕੁਛ ਵੀ ਨਹੀਂ ਕਰਦੇ। ਮੈਨੂੰ ਯਾਦ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੀ ਦਾ ਪ੍ਰੋਗਰਾਮ ਸਾਲ ਬਾਅਦ ਇੱਧਰ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ, ਜਲੰਧਰ ਤੋਂ ਹੁਸ਼ਿਆਰਪੁਰ ਉਸ ਇਲਾਕੇ ਦੇ ਵਿੱਚ ਇੱਕ ਨਗਰ ਦੇ ਵਿੱਚ ਹਰ ਸਾਲ ਜਥਾ ਜਾਂਦਾ। ਉਹਦਾ ਹੁਣ ਮੈਨੂੰ ਨਾਮ ਵਿਸਰ ਗਿਆ। ਗਿਆਨੀ ਅਮਰਵੀਰ ਸਿੰਘ ਜੀ ਉੱਥੇ ਕਥਾ ਕਰਦੇ ਸਨ। ਜਥੇ ਦੀ ਮਰਿਆਦਾ ਹੈ ਕਿ ਜਦ ਕਥਾ ਦੀ ਅਸੀਂ ਸਮਾਪਤੀ ਕਰਦੇ ਹਾਂ ਤਾਂ ਅੰਮ੍ਰਿਤ ਸੰਚਾਰ ਜ਼ਰੂਰ ਕੀਤਾ ਜਾਂਦਾ ਤਾਂ ਕਿ ਪਤਾ ਚੱਲੇ ਕਿੰਨਿਆਂ ਦਾ ਭਲਾ ਹੋਇਆ, ਕਿੰਨਿਆਂ 'ਤੇ ਅਸਰ ਹੋਇਆ, ਰਿਜ਼ਲਟ ਕੀ ਨਿਕਲਿਆ। ਉਹ ਕਥਾ ਕਰਦਿਆਂ ਉਹਨਾਂ ਕਿਤੇ ਅਨਭੋਲ ਹੀ ਇਹ ਗੱਲ ਸੁਣਾ ਦਿੱਤੀ ਕਿ ਟਕਸਾਲ ਦੇ ਸਿੰਘ ਅੰਮ੍ਰਿਤ ਸੰਚਾਰ ਕਰ ਰਹੇ ਸੀ ਫਲਾਣੇ ਨਗਰ 'ਚ ਤੇ ਕੰਧਾਂ 'ਚੋਂ ਅੰਮ੍ਰਿਤ ਚੋਣ ਲੱਗ ਪਿਆ। ਇੱਕ ਭਲਾ ਪੁਰਸ਼ ਜੋ ਸੀ ਕਥਾਵਾਚਕੀ, ਪਰ ਪੜ੍ਹਿਆ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਸੀ, ਜਿਹਨੂੰ ਤਰਕਸ਼ੀਲ ਸੁਸਾਇਟੀ, ਸਾਡਾ ਮਹਿਕਮਾ ਥੋੜ੍ਹਾ ਤਰਕਸ਼ੀਲ ਵਾਲਾ ਹੈ। ਅਨਪੜ੍ਹ ਬੰਦਾ ਦਾ ਜੋ ਕਹੋਗੇ ਮੰਨ ਲਊਗਾ, ਪੜ੍ਹਿਆ ਲਿਖਿਆ ਉਹਨੂੰ ਮਨਾਉਣਾ ਬੜਾ ਔਖਾ ਹੈ। ਤੋ ਇਸ ਵਾਸਤੇ ਉਹ ਕਹਿੰਦਾ ਮੈਂ ਤਾਂ ਨਹੀਂ ਮੰਨਦਾ। ਗਿਆਨੀ ਅਮਰਵੀਰ ਸਿੰਘ ਜੀ ਹੁਣ ਨਿਊਯਾਰਕ ਨੇ ਅਮਰੀਕਾ ਦੇ ਵਿੱਚ, ਕਹਿੰਦੇ ਨਹੀਂ ਮੰਨਦਾ ਤੇ ਨਾ ਮੰਨ ਭਾਈ, ਆਪਾਂ ਲੈਣਾ ਵੀ ਕੀ ਤੈਨੂੰ ਮਨਾ ਕੇ, ਕਿ ਜੋ ਕੁਛ ਹੋਇਆ ਮੈਂ ਤਾਂ ਦੱਸ ਦਿੱਤਾ, ਤੇਰੀ ਆਪ ਦੀ ਮਰਜ਼ੀ ਹੈ। ਪਰ ਹੋਇਆ ਜ਼ਰੂਰ ਹੈ, ਕੰਧਾਂ 'ਚੋਂ ਅੰਮ੍ਰਿਤ ਚੋਇਆ ਹੈ ਤੇ ਅੱਗੇ ਤੇਰੀ ਖੁਸ਼ੀ ਹੈ। ਉਹ ਕੁਦਰਤੀ ਕਿਰਪਾ ਵਾਹਿਗੁਰੂ ਦੀ, ਕੁਦਰਤ ਭਗਵਾਨ ਦੀ। ਜਦ ਉੱਥੇ ਅੰਮ੍ਰਿਤ ਸੰਚਾਰ ਹੋਇਆ ਕਥਾ ਦੀ ਸਮਾਪਤੀ ਤੇ ਅਖੀਰਲੇ ਦਿਨ, ਤੇ ਜਦ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਉੱਥੇ ਵੀ ਕੰਧਾਂ 'ਚੋਂ ਅੰਮ੍ਰਿਤ ਨਿਕਲ ਆਇਆ। ਉਹਨੂੰ ਫਿਰ ਫੜ ਕੇ ਲਿਆਂਦਾ ਗਿਆਨੀ ਜੀ ਨੇ, ਕਹਿੰਦੇ ਆ ਭਾਈ ਤੂੰ ਕਹਿੰਦਾ ਮੈਂ ਮੰਨਦਾ ਨਹੀਂ ਨਾ, ਆ ਹੁਣ ਵੇਖ, ਆ ਜ਼ਬਾਨ ਲਾ, ਆ ਜਿਹੜੇ ਤੁਬਕੇ ਨੇ ਜਿਸ ਤਰ੍ਹਾਂ ਸਲਾਬ ਆਈ ਹੁੰਦੀ ਆ, ਇਹਨੂੰ ਚੱਕ ਕੇ ਵੇਖ। ਜਦ ਉਹਨੇ ਚੱਖਿਆ ਸੱਚਮੁੱਚ ਹੀ ਉਹ ਮਿਠਾਸ ਵਾਲੇ ਸੀਗੇ। ਉਹਦਾ ਅਸੀਂ ਖਾਲਸਾ ਜੀਵਨ 'ਚ ਸਾਖੀਆਂ ਪੜ੍ਹਦੇ ਰਹੇ ਹਾਂ ਵੀ ਮਹਾਂਪੁਰਖ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਜ਼ਬਾਨ 'ਚ ਇੰਨਾ ਰਸ ਸੀਗਾ। ਕੋਈ ਬ੍ਰਹਮ ਗਿਆਨੀ ਸੰਤ, ਬਾਣੀ ਤਾਂ ਹੈ ਰਸਮਈ ਹੈ, ਗੱਲ ਤਾਂ ਪੜ੍ਹਨ ਦੀ ਤਰੀਕੇ ਦੀ ਹੈ, ਪਰਫਾਰਮੈਂਸ ਦੀ ਹੈ, ਆਪਦੀ ਅਵਸਥਾ ਦੀ ਹੈ, ਮਨ ਦੇ ਟਿਕਾਓ ਦੀ ਹੈ। ਜਦੋਂ ਪਰਫਾਰਮੈਂਸ ਦਿੰਦੇ, ਕਥਾ ਸੁਣਾਉਂਦੇ, ਕਥਾ ਸੁਣਦਿਆਂ ਹੀ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਵੱਲ ਖਿੱਚੇ ਆਏ ਸਨ ਤੇ ਬੋਪਾ ਰਾਏ ਇੱਕ ਵਾਰ ਕਥਾ ਕਰ ਰਹੇ ਸੀ ਤਾਂ ਚੰਦੋਏ ਦੇ ਉੱਪਰ ਬੁੱਕ ਪਰ ਅੰਮ੍ਰਿਤ ਜਮ੍ਹਾਂ ਹੋ ਗਿਆ। ਇਹ ਸਾਖੀ ਕਿਤਾਬਾਂ 'ਚ ਖਾਲਸਾ ਜੀਵਨ 'ਚ ਲਿਖੀ ਹੋਈ ਹੈ, ਪਰ ਆਹ ਤਾਂ ਪ੍ਰਤੱਖ ਵੇਖਣ ਦੀਆਂ ਗੱਲਾਂ ਨੇ। ਕਹਿੰਦੇ ਹੁਣ ਦੱਸ ਭਾਈ ਮੰਨਦਾ ਕਿ ਨਹੀਂ ਮੰਨਦਾ? ਕਹਿੰਦਾ ਹਾਂ ਗੱਲ ਸਹੀ ਹੈ। ਤੇ ਇਸ ਲਈ ਗੁਰਦੁਆਰੇ ਸਭ ਕੁਛ ਹੈ। ਇਹ ਗੱਲ ਵੱਖਰੀ ਹੈ ਵੀ ਸਾਨੂੰ ਕੁਝ ਦਿਖੇ ਜਾਂ ਨਾ ਦਿਖੇ, ਪ੍ਰਾਪਤ ਹੋਵੇ ਜਾਂ ਨਾ ਹੋਵੇ। ਨਿਜ ਘਰ ਜਾਏ ਅੰਮ੍ਰਿਤ ਰਸ ਪੀਆ। ਅਸੀਂ ਭੱਜੇ ਬਾਹਰ ਫਿਰਦੇ ਹਾਂ, ਕਦੀ ਆਏ ਹੀ ਨਹੀਂ ਅੰਦਰ। ਅੰਦਰ ਵੜਾਂਗੇ ਤਾਂ ਹੀ ਕੁਛ ਮਿਲੂਗਾ। ਬਿਨ ਨੈਣਾ ਜਗਤ ਨਿਹਾਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ। ਰਸ ਗਾਵੇ ਰਸ ਵਿਚਾਰੇ, ਪੀਮਨਾ ਜਿਤ ਮਨ ਆਗਾਵੇ। ਨਾਮ ਅੰਮ੍ਰਿਤ ਰਸ ਪੀਮਨਾ, ਨੌ ਦਰਵਾਜ ਨਵੇਂ ਦਰ ਫੀਕੇ। ਰਸ ਅੰਮ੍ਰਿਤ ਦਸਵੇਂ ਚੂਈਜੈ, ਅਨਹਦ ਸ਼ਬਦ ਦਸਮ ਦੁਆਰ ਵਜਿਓ। ਉਦੈ ਅੰਮ੍ਰਿਤ ਨਾਮ ਚੁਆਇਆ ਥਾ। ਲੋਕ ਹੈੱਡਫੋਨ ਲਾਉਂਦੇ ਨੇ ਕਿ ਸਾਨੂੰ ਸੰਗੀਤ ਸੁਣਦਾ ਰਹੇ, ਕਾਹਤੋਂ? ਉਹਦੇ 'ਚ ਰਸ ਹੈ।
ਤੇ ਪਰ ਗੁਰਮੁਖਾਂ ਨੂੰ ਜਿਨ੍ਹਾਂ ਦੀ ਕਿਰਪਾ ਹੋਈ ਹੈੱਡਫੋਨ ਦੀ ਲੋੜ ਹੀ ਨਹੀਂ, ਹੈੱਡਫੋਨ ਦੀ ਤਰ੍ਹਾਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ। 10ਵੇਂ ਦੁਆਰ ਦੇ ਵਿੱਚੋਂ ਜਦ ਮਹਾਰਾਜ ਦਾ ਨਾਮ ਸੁਣਦਾ, ਉਹਦੇ ਵਿੱਚੋਂ ਅੰਮ੍ਰਿਤ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਤੋਟ ਨਾਹੀ ਮਨ ਤ੍ਰਿਸ਼ਨਾ ਬੁਝੀ, ਉਹ ਫਿਰ ਘਟਦਾ ਨਹੀਂ ਹੈ, ਵੱਧਦਾ ਤੁਰਿਆ ਜਾਂਦਾ ਤੇ ਮਨ ਦੀ ਤ੍ਰਿਸ਼ਨਾ ਬੁਝ ਜਾਂਦੀ ਆ ਸੁਣ ਸੁਣ ਕੇ, ਪੀ ਪੀ ਕੇ। ਅਖੁੱਟ ਭੰਡਾਰ ਸਮਾਇਆ ਥਾ, ਇਹ ਭੰਡਾਰਾ ਇੰਨਾ ਅਖੁੱਟ ਹੈ, ਪਿਉ ਦਾਤੇਗਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰੇ ਅਖੂਟ ਅਦੋਲ, ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਵੇ ਵੱਧ ਹੋ ਜਾਈ। ਸੋ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੇ ਰਸ ਵਿਚਾਰੇ, ਗੁਰ ਪ੍ਰਸਾਦਿ ਅੰਮ੍ਰਿਤ ਰਚੀਨਿਆ, ਹੋਇ ਪਾਵੇ ਮੋਖ ਦੁਆਰੇ। ਅੰਮ੍ਰਿਤ ਰਸ ਸਤਿਗੁਰੂ ਚੁਆਇਆ, 10ਵੇਂ ਦੁਆਰ ਪ੍ਰਗਟ ਹੋਇ ਆਇਆ, ਤੈ ਆਨੰਦ ਸ਼ਬਦ ਵਜੈ ਧੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਸਹਿਜੇ ਸਹਿਜੇ ਹੌਲੀ ਹੌਲੀ ਸੰਗੀਤਮਈ ਧੁਨੀ ਵਾਹਿਗੁਰੂ ਨਾਮ ਦੀ ਪ੍ਰਗਟ ਹੁੰਦੀ ਹੈ ਤੇ ਉਹਦੇ ਵਿੱਚੋਂ ਅੰਮ੍ਰਿਤ ਰਸ ਦਾ ਝਰਨਾ ਝਰਦਾ ਹੈ। ਨਗਰੀ ਇੱਕ 9 ਦਰਵਾਜੇ, ਧਾਵਤ ਬਰਜ ਰਹਾਈ, ਤ੍ਰਿਕੁਟੀ ਛੂਟੈ, ਭਰਵੱਟਿਆਂ ਦੇ ਵਿਚਕਾਰ ਦੀ ਜਗ੍ਹਾ ਤ੍ਰਿਕੁਟੀ ਜਦ ਛੁੱਟਦੀ ਹੈ, 10ਵਾਂ ਦਰ ਖੁੱਲ੍ਹੈ, ਤਾਂ ਮਨ ਖੀਵਾ ਭਾਈ, ਤਾਂ ਉਹਦੇ 'ਚ ਮਨ 10ਵੇਂ ਦੁਆਰ ਪਹੁੰਚ ਕੇ ਖੀਵਾ ਮਸਤ ਹੋ ਜਾਂਦਾ, ਸ਼ਰਾਬੀ ਹੋ ਜਾਂਦਾ। ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮ ਨ ਹਾਰੈ, ਕਉ ਨਾਨਕ ਸੁਨ ਭਰਤਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਰਾਬ ਨਹੀਂ ਪੀਤੀ। ਮੈਨੂੰ ਮਾਫ਼ ਕਰਨਾ, ਅੱਜ ਵੀ ਜੇ ਮੈਂ ਸ਼ਰਾਬ ਦੇ ਟੌਪਿਕ 'ਤੇ ਬੋਲਾਂ ਤਾਂ ਮੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੱਤਾ ਜਾਊਗਾ। ਕੀ ਕਾਰਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਦੇ ਮੁੰਡੇ ਕੁੜੀਆਂ ਦੇ ਵਿਆਹ 'ਤੇ ਸਾਨੂੰ ਵਰਤਾਉਣੀ ਪੈਂਦੀ ਹੈ, ਨਹੀਂ ਛੱਡ ਸਕਦੇ, ਦੁਨੀਆ ਗੁੱਸਾ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਹੀ ਸ਼ਰਾਬ ਨਹੀਂ ਪੀਤੀ। ਜਿੰਨੇ ਸੰਤ ਸਾਧੂ ਅੱਜ ਤੱਕ ਹੋਏ ਨੇ, ਜਾਂ ਜਿੰਨੇ ਵੀ ਹਿੰਦੂ ਮਤ ਦੇ, ਭਾਵੇਂ ਮੰਦਿਰ 'ਚ ਨੇ ਜਾਂ ਕੋਈ ਮਸੀਤ 'ਚ ਮੌਲਵੀ ਹੈ, ਕੋਈ ਵੀ ਹੈ, ਸਭ ਨਸ਼ੇ ਪੱਤੇ ਕਰਦੇ ਨੇ। ਕੋਈ ਬੀੜੀ ਪੀਂਦਾ, ਕੋਈ ਤੰਬਾਕੂ, ਕੋਈ ਜਰਦਾ, ਕੋਈ ਖੈਣੀ, ਕੋਈ ਸੁੱਖਾ ਘੋਟ ਪੀਵੀ ਜਾ ਰਿਹਾ। ਤੇ ਸ਼ਰਾਬ ਨੂੰ ਕਹਿੰਦੇ 5 ਰਤਨੀ ਹੈ। ਸੱਚੇ ਪਾਤਸ਼ਾਹ ਨੇ ਆਪਦੇ ਸਿੱਖਾਂ ਨੂੰ ਰੋਕਿਆ। ਕਲਗੀਧਰ ਜੀ ਨੇ ਅੰਮ੍ਰਿਤਧਾਰੀਆਂ ਨੂੰ ਇਸ ਤੋਂ ਵਿਵਰਜਿਤ ਕੀਤਾ ਹੈ। ਬਾਣੀ ਵਿੱਚ ਕਿਤੇ ਆਗਿਆ ਨਹੀਂ ਕਿਸੇ ਵੀ ਨਸ਼ੇ ਪੱਤੇ ਦੀ। ਮੇਰੇ ਕਹਿਣ ਤੋਂ ਮੁਰਾਦ ਹੈ ਵੀ ਜੋਗੀ ਸ਼ਰਾਬ ਪੀਂਦੇ ਹੁੰਦੇ ਸੀ, ਉਹਨਾਂ ਸ਼ਰਾਬ ਦਾ ਪਿਆਲਾ ਗੁਰੂ ਨਾਨਕ ਸਾਹਿਬ ਨੂੰ ਦਿੱਤਾ। ਜਿਸ ਤਰ੍ਹਾਂ ਪ੍ਰਾਹੁਣਾ ਆਈਦਾ ਅਤੇ ਆਪਾਂ ਪ੍ਰਾਹੁਣੇ ਨੂੰ ਮੁਰਗਾ ਦੇ ਸ਼ਰਾਬ ਦਾ ਪਿਆਲਾ ਭੇਟ ਕਰਕੇ ਪਾਲਟੀ ਕਰੀਦੀ ਸੀ। ਘਰਾਂ 'ਚ ਇਸੇ ਤਰ੍ਹਾਂ ਹੁੰਦਾ ਸੀਗਾ ਕਿ ਅੱਜ ਪ੍ਰਾਹੁਣੇ ਆਏ ਨੇ ਅਤੇ ਚਲੋ ਪੀਓ ਖਾਓ। ਜੇ ਕੋਈ ਨਾ ਦੇਵੇ ਆਖੇ ਜੀ ਉਹ ਤਾਂ ਖਾਂਦਾ ਹੀ ਨਹੀਂ ਹੈ, ਉਹਦੇ ਘਰ ਕੀ ਜਾਣਾ। ਨਾ ਪੀਣ ਖਾਣ ਵਾਲੇ ਨੂੰ ਕਹਿੰਦੇ ਵੀ ਇਹ ਤਾਂ ਖਾਂਦਾ ਪੀਂਦਾ ਹੀ ਨਹੀਂ ਹੈ, ਮਤਲਬ ਰੋਟੀ ਨੂੰ ਕੋਈ ਸਮਝਦਾ ਹੀ ਨਹੀਂ। ਆਖੇ ਤੁਹਾਡੇ ਘਰ ਕੀ ਆਉਣਾ, ਵੱਧ ਤੋਂ ਵੱਧ ਚੌਲ ਬਣਾ ਲਓਗੇ, ਇਹੀ ਹੈ ਸਾਡਾ ਭੋਜਨ, ਦਹੀਂ ਚੌਲ। ਤੋ ਇਸ ਲਈ ਗੁਰੂ ਨਾਨਕ ਸਾਹਿਬ ਪ੍ਰਾਹੁਣੇ ਗਏ ਤੇ ਉਹਨਾਂ ਸ਼ਰਾਬ ਦਾ ਪਿਆਲਾ ਦਿੱਤਾ। ਮਹਾਰਾਜ ਕਹਿੰਦੇ ਹੈ ਭਰਤਰ ਜੋਗੀ, ਮੈਂ ਇਹ ਸ਼ਰਾਬ ਨਹੀਂ ਪੀਂਦਾ, ਮੇਰੀ ਬੇਨਤੀ ਹੈ, ਮੈਂ ਤਾਂ ਸਿਫਤੀ ਰਤਾ ਸਦ ਵੈਰਾਗੀ, ਮਹਾਰਾਜ ਦੀ ਸਿਫਤ ਦੀ ਸ਼ਰਾਬ ਦੇ ਵਿੱਚ ਵੈਰਾਗੀ ਹੋਇਆ। ਜੂਆ ਜਨਮ ਨਾ ਹਾਰ, ਤੂੰ ਵੀ ਇਹਦੇ 'ਚ ਲੱਗ ਤਾਂ ਜਨਮ ਜੂਆਂ 'ਚ ਨਾ ਹਾਰ, ਵਿਸ਼ਿਆਂ ਨਸ਼ਿਆਂ ਦੇ ਵਿੱਚ। ਕਹੋ ਨਾਨਕ ਸੁਣ ਭਰਤਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਅੰਮ੍ਰਿਤ ਦੀ ਧਾਰ ਜਿਹਨੂੰ ਮਿਲ ਗਈ ਉਹ ਕੌੜੀ ਸ਼ਰਾਬ ਵੱਲ ਮੂੰਹ ਕਿਉਂ ਕਰੂਗਾ ਭਾਈ ਦੱਸੋ। ਅਸੀਂ ਤਾਂ ਅੰਮ੍ਰਿਤ ਨਾਮ ਵੀ ਕੇ ਅਲਮਸਤ ਹੋਏ ਹਾਂ। ਬਾਬਰ ਨੇ 7 ਮੁੱਠਾਂ ਭੰਗ ਦੀਆਂ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤੀਆਂ। ਮਹਾਰਾਜ ਕਹਿੰਦੇ ਬਾਬਰ ਅਸੀਂ ਭੰਗ ਪੀਣੇ ਸਾਧ ਨਹੀਂ ਆ ਵੀ ਘੋਟ ਘੋਟ ਪੀਵੀ ਜਾਓ, ਕਹਿੰਦੇ ਸਮਾਧੀ ਬੜੀ ਲੱਗਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਚੁੱਕ ਲਾ ਆਪਦੀ ਭੰਗ ਭੁੰਗ, ਆਪਾਂ ਨਹੀਂ ਪੀਣੀ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਐਸਾ ਉਪਦੇਸ਼ ਦਿੱਤਾ। ਉਹਨੇ ਰਾਜ ਭਾਗ ਦੀ ਡਿਮਾਂਡ ਕੀਤੀ, ਗੁਰੂ ਜੀ ਨੇ ਬਖਸ਼ਿਸ਼ ਕੀਤੀ। ਸੋ ਗੁਰਦੁਆਰੇ ਸ਼ਰਾਬ ਨਹੀਂ ਹੈ, ਕਬਾਬ ਨਹੀਂ ਹੈ। ਗੁਰਦੁਆਰੇ ਸਾਧ ਮੁਰਾਦਾ ਦਾਲ ਫੁਲਕਾ ਹੈ ਗੁਰੂ ਕੇ ਲੰਗਰ 'ਚ, ਤੇ ਅੰਮ੍ਰਿਤ ਦਾ ਰਸ ਹੈ। ਕੜਾਹ ਪ੍ਰਸ਼ਾਦ ਪ੍ਰਤੱਖ ਮਹਾਰਾਜ ਨੇ ਅੰਮ੍ਰਿਤ ਰਸ ਦਿੱਤਾ। ਤੋ ਬਾਣੀ ਦਾ ਹੈ, ਨਾਮ ਦਾ ਹੈ, ਕਥਾ ਦਾ ਹੈ, ਕੀਰਤਨ ਦਾ ਹੈ।
ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸੇ, ਨਉ ਨਾਨਕ ਕੀਨੇ ਭੋਗਾ ਜੀਓ। ਅੰਮ੍ਰਿਤ ਜਿਨਾ ਚਖਾਇਓਣ, ਰਸ ਆਇਆ ਸਹਿਜ ਸੁਭਾਏ। ਸੱਚਾ ਵੇ ਪ੍ਰਵਾਹੋ ਹੈ, ਤਿਸਨੂੰ ਤਿਲ ਨਾ ਤੁਮਾਏ। ਅੰਮ੍ਰਿਤ ਸੱਚਾ ਵਰਸਦਾ, ਗੁਰਦੁਆਰੇ ਬਾਰਿਸ਼ ਪੈਂਦੀ ਹੈ ਅੰਮ੍ਰਿਤ ਨਾਮ ਦੀ, ਅੰਮ੍ਰਿਤ ਵਰਸਦਾ ਹੈ। ਗੁਰਮੁਖਾ ਮੁਖ ਪਾਏ, ਜਿਸ ਤਰ੍ਹਾਂ ਬਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਤ ਪ੍ਰੇਮ ਪਿਆਰ। ਜਦੋਂ ਮੂੰਹ ਖੋਲ ਕੇ ਰੱਖਦਾ ਤੇ ਪ੍ਰਿਓ ਪ੍ਰਿਓ ਕਰਦਾ ਤਾਂ ਉਹਦੇ ਦਿਮਾਗ ਦੇ ਵਿੱਚ ਉੱਪਰ 10ਵੇਂ ਦੁਆਰ 'ਚ ਇੱਕ ਛੇਕ ਹੁੰਦਾ। ਉਹ ਸਿਰ ਦੇ ਵਿੱਚ ਜਦ ਸਵੰਤੀ ਬੂੰਦ ਪੈਂਦੀ ਹੈ ਤਾਂ ਉਹ ਤ੍ਰਿਪਤ ਹੋ ਜਾਂਦਾ। ਇਹ ਜਿਨ੍ਹਾਂ ਆਪਦੇ ਅੰਤःਕਰਨ ਮੁਖ ਖੋਲ ਕੇ ਰੱਖੇ ਨੇ, ਉਹਨਾਂ ਦੇ ਮਹਾਰਾਜ ਦਿਲ ਔਰ ਦਿਮਾਗ ਦੇ ਉੱਪਰ ਆਪਦੇ ਨਾਮ ਦੀ ਬੂੰਦ ਦੀ ਕਿਰਪਾ ਕਰਦਾ। ਤੇ ਜਦ ਨਾਮ ਅੰਮ੍ਰਿਤ ਦੀ ਸਵੰਤੀ ਬੂੰਦ ਬਖਸ਼ਦਾ, ਫਿਰ ਜਨਮਾਂ ਜਨਮਾਂਤਰਾਂ ਦੀ ਤ੍ਰੇਹ ਮਿਟ ਜਾਂਦੀ। ਇਹ ਗੁਰਦੁਆਰੇ ਵਰਸਦਾ ਹੈ। ਤੇ ਗੁਰਮੁਖਾਂ ਮੁਖ ਪਾਏ, ਮੂੰਹ ਦੇ ਵਿੱਚ ਗੁਰਮੁਖਾਂ ਦੇ ਪੈਂਦਾ। ਮਨ ਸਦਾ ਹਰੀ ਆਵਲਾ, ਸਹਿਜੇ ਹਰ ਗੁਣ ਗਾਈ ਰਹਾਉ। ਇਸੇ ਤਰ੍ਹਾਂ ਅੰਮ੍ਰਿਤ ਰਸ ਸਾਚੀ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਚੈ ਜੀਓ। ਅੰਮ੍ਰਿਤ ਰਸ ਹਰ ਪਾਇਆ, ਵਿਖਿਆ ਰਸ ਵਿਕੇ ਰਾਮ। ਰਾਮ ਕਲੀ ਬਾਣੀ ਬੇਣੀ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਹੜਾ ਪਿੰਗਲਾ ਨੱਕ ਦੀਆਂ ਸੱਜੀਆਂ ਖੱਬੀਆਂ ਸੁਰਾਂ, ਇੱਕ ਸੂਰਜ ਦੀ ਇੱਕ ਚੰਦਰਮਾ ਦੀ, ਇੱਕ ਕਿਹੜਾ ਇੱਕ ਪਿੰਗਲਾ। ਔਰ ਸੁਖਮਨਾ ਭਰਵੱਟਿਆਂ ਦੇ ਵਿਚਕਾਰ ਦੀ ਨਾੜੀ ਜਿਹੜੀ ਉੱਪਰ ਨੂੰ ਜਾਂਦੀ ਹੈ। ਤੀਨ ਬਸੈ ਕਠਾਈ, ਬੇਣੀ ਸੰਗਮ ਤੈ ਬਿਰਾਗ। ਮਨ ਮੱਜਨ ਕਰੇ ਤੇ ਥਾਈ, ਭਰਵੱਟਿਆਂ ਦੇ ਵਿਚਕਾਰ ਇਹਨਾਂ ਦਾ ਸੰਜਮ ਹੈ। ਤਰਬੇਣੀ ਦੀ ਤਰ੍ਹਾਂ ਮਨ ਉੱਥੇ ਇਸ਼ਨਾਨ ਕਰਦਾ ਹੈ। ਜਿਹੜਾ ਟਿਕਾਉਂਦਾ ਉਤੋਂ ਹੀ ਅੱਗੇ ਉੱਪਰ ਨੂੰ ਚੜ੍ਹਦਾ। ਸੰਤ ਹੋ ਤਾਂ ਨਿਰੰਜਨ ਰਾਮ ਹੈ, ਮੱਥੇ ਦੇ ਵਿੱਚ ਸੋ ਨਿਰੰਜਨ ਦਾ ਰਾਮ ਹੈ। ਨਿਰੰਜਨ ਦਾ ਰਾਮ ਨਾਮ ਹੈ। ਤੋ ਜਿਸ ਤਰ੍ਹਾਂ ਅਭਿਆਸ ਕਰਦਾ ਤਿਵੇਂ ਤਿਵੇਂ ਕਿਰਪਾ ਹੁੰਦੀ, ਖੁੱਲ੍ਹਦਾ ਹੈ ਗਿਆਨ। ਗੁਰ ਗਮ ਚੀਨੈ ਬਿਰਲਾ ਕੋਏ, ਤਾਂ ਨਿਰੰਜਨ ਰਮਈਆ ਹੋਏ ਰਾਵ। ਦੇਵ ਸਥਾਨੈ ਕਿਆ ਨੀਸਾਣੀ, ਤੈ ਬਾਜੇ ਸ਼ਬਦ ਅਨਾਹਦ ਬਾਣੀ। ਸੋ ਤ੍ਰਿਕੁਟੀ ਛੂਟੈ ਦਸਵਾਂ ਦਰ ਖੁੱਲ੍ਹੈ, 10ਵੇਂ ਦੁਆਰ ਦੇ ਵਿੱਚ ਅਨੰਦ ਬਾਣੀ ਸ਼ਬਦ ਦੇ ਵਾਜੇ ਵੱਜਦੇ। ਤੈ ਚੰਦ ਨ ਸੂਰਜ ਪੌਣ ਨ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਉਪਜੈ ਗਿਆਨ ਦੁਰਮਤ ਸੀਜੈ, ਅੰਮ੍ਰਿਤ ਰਸ ਗਗਨ ਅੰਤਰ ਬੀਜੈ। ਉੱਥੇ ਹੀ ਗਿਆਨ ਪੈਦਾ ਹੁੰਦਾ, ਦੁਰਮਤ ਨਾਸ਼ ਹੁੰਦੀ ਹੈ। ਅੰਮ੍ਰਿਤ ਰਸ ਜਿਹੜਾ ਹੈ ਗਗਨ ਅੰਤਰ, ਗਗਨ ਅੰਤਰ ਆਕਾਸ਼ੋਂ ਹੀ ਪਤਾ ਨਹੀਂ ਕਿੱਥੋਂ ਆਉਂਦਾ ਹੈ, ਉਹਦੇ 'ਚ ਮਨ ਭਿੱਜ ਜਾਂਦਾ। ਇਸ ਕਲਾ ਜੋ ਜਾਣੈ ਭੇਉ, ਭੇਟੈ ਤਾਸ ਪਰਮ ਗੁਰ ਦੇਉ। 10ਵਾਂ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਉਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਤੀ। ਜਾਗਤ ਰਹਿ ਸੋ ਕਬੋ ਨਾ ਸੋਵੈ। ਇਹ ਉਹਨਾਂ ਨੂੰ ਮਿਲਦਾ ਜਿਹੜੇ ਜਾਗਦੇ ਰਹਿੰਦੇ, ਕਦੀ ਸੌਂਦੇ ਨਹੀਂ। ਤੀਨ ਤਲੋਕ ਸਮਾਧ ਪਲੋਵੈ, ਬੀਜ ਮੰਤਰ ਲੈ ਹਿਰਦੈ ਰਹਿ। ਜੋ ਵਾਹਿਗੁਰੂ ਬੀਜ ਮੰਤਰ ਹੈ ਉਹਨੂੰ ਹਿਰਦੇ 'ਚ ਸਾਂਭ ਕੇ ਰੱਖਦੇ ਨੇ, ਜਾਪ ਜਪਦੇ ਰਹਿੰਦੇ। ਮਨੁਆ ਉਲਟ ਸੁਨ ਮੈਂ ਗਹਿ, ਉਲਟ ਕੇ ਮਨ ਸੰਕਲਪਾਂ ਵਿਕਲਪਾਂ ਤੋਂ ਅਫੁਰ ਸਮਾਧੀ 'ਚ ਚਲ ਜਾਂਦਾ। ਅੱਖਾਂ ਖੁੱਲੀਆਂ ਜਾਗਦਿਆਂ ਵੀ ਲੱਗੀ ਰਹਿੰਦੀ ਹੈ ਸਮਾਧੀ। ਜਾਗਤ ਰਹਿ ਨਾ ਅਲੀਆ ਭਾਖੈ, ਪੰਚੋਂ ਇੰਦਰੀ ਬਸ ਕਰ ਰੱਖੈ। ਜਿਹਨੇ ਆਪਦੇ ਇੰਦਰੀਆਂ ਨੂੰ ਨਹੀਂ ਰੋਕਿਆ, ਰੱਬ ਨੂੰ ਕਿੱਥੋਂ ਪਾਊਗਾ। ਅੱਖਾਂ ਹੱਥ ਪੈਰ ਕੰਨ ਨੱਕ ਮੂੰਹ ਨੂੰ ਰੋਕ ਕੇ ਮਹਾਰਾਜ ਦੇ ਸ਼ਬਦ ਚਲਾਉਣਾ। ਗੁਰ ਕੀ ਸਾਖੀ ਰੱਖੈ ਚੀਤ, ਤੇ ਗੁਰਾਂ ਦੀ ਗਵਾਹੀ ਜੋ ਸ਼ਬਦ ਵਾਲੀ ਹੈ ਉਹਨੂੰ ਚਿੱਤ 'ਚ ਚੱਲਦਾ ਰੱਖੇ, ਉਹਦੇ ਆਸਰੇ ਹੀ ਜਾਣਾ ਹੈ। ਮਨ ਤਨ ਅਰਪੇ ਕ੍ਰਿਸ਼ਨ ਪ੍ਰੀਤ, ਜਿਹਦੇ 'ਚ ਕ੍ਰਿਸ਼ਨ ਕ੍ਰਿਸ਼ਤਾ ਹੀ ਨਹੀਂ, ਉਸ ਵਾਹਿਗੁਰੂ ਦੀ ਪ੍ਰੀਤੀ 'ਚ ਮਨ ਤਨ ਅਰਪ ਦੇਵੇ। ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨ ਜੂਐ ਹਾਰੇ। ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫਿਰ ਚੜਾਵੈ ਸੂਰ। ਅਜਰ ਜਰੈ ਸੋ ਨਿਜਰ ਚਰੈ, ਜਗਨਨਾਥ ਸਿਉ ਗੋਸ਼ਟ ਕਰੈ।
ਚੌਮੁਖ ਦੀਵਾ ਜੋਤ ਦੁਆਰ ਪਲੂ ਅਨੰਦ ਮੂਲ ਵਿਚਕਾਰ ਸਰਬ ਕਲਾ ਲੈ ਆਪੇ ਰਹਿ ਮਨ ਮਾਨਕ ਰਤਨ ਮਹਿ ਗੁਹਿ ਮਸਤਕ ਪਦਮ ਦੁਆਲੇ ਮਣੀ ਪਦਮ ਦੀ ਤਰ੍ਹਾਂ ਮੱਥਾ ਚਮਕਦਾ ਹੈ ਮੱਥੇ 'ਚ ਪਦਮ ਜਿਸ ਤਰ੍ਹਾਂ ਪੈਰਾਂ 'ਚ ਪਦਮ ਗੁਰੂ ਅਮਰਦਾਸ ਜੀ ਦੇ ਤੱਕਿਆ ਸੀ ਇਹ ਮਹਾਰਾਜ ਦਾ ਨਾਮ ਹੀ ਪਦਮ ਹੈ ਦੁਆਲੇ ਮਣੀ ਸ਼ੁਭ ਗੁਣਾਂ ਦੀਆਂ ਮਣੀਆਂ ਆਲੇ ਦੁਆਲੇ ਮਾਹੀ ਨਿਰੰਜਨ ਤੇਰੇ ਭਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਟੁਲ ਕੇ ਚਵਰ ਸੰਖ ਘਨ ਗਾਜੇ ਉਥੇ ਚੌਰ ਚੁਲਦਾ ਹੈ ਸੰਖ ਵੱਜਦੇ ਨੇ ਦਲਮਲ ਦੈਤੋ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੱਲਾਂ ਕਰਨੋਂ ਜਿੰਨੀਆਂ ਮਰਜ਼ੀ ਕਰੀ ਜਾਓ ਸਾਰੀ ਦਿਹਾੜੀ ਭਾਵੇਂ ਲੱਗੇ ਰਹੋ 10 ਦਿਨ ਇੱਥੇ ਤੁਰੇ ਫਿਰੋ ਪਰ ਗੱਲ ਉਦੋਂ ਬਣਦੀ ਹੈ ਜਦੋਂ ਵਾਹਿਗੁਰੂ ਵਾਹਿਗੁਰੂ ਅਸੀਂ ਖੁਦ ਆਪ ਕਰਦੇ ਹਾਂ। ਸੋ ਮੈਂ ਬੇਨਤੀ ਕਰ ਰਿਹਾ ਸੀ ਅੰਮ੍ਰਿਤ ਰਸ ਪੋਥੀ ਦਾ ਨਾਮ ਰੱਖਿਆ ਕਿਉਂਕਿ ਉਹਦੇ 'ਚ ਆਤਮਿਕ ਰਸ ਪ੍ਰਾਪਤ ਕਰਾਉਣ ਵਾਲੀ ਗੁਰੂ ਕੀ ਬਾਣੀ ਜਿਸ ਬਾਰੇ ਕੇਵਲ ਬ੍ਰਹਮ ਗਿਆਨੀ ਹੀ ਜਾਣਦਾ। ਸਾਡੇ ਵਰਗੇ ਦੁਨਿਆਵੀ ਪੁਰਖਾਂ ਨੂੰ ਕੀ ਪਤਾ ਜਿਹੜੇ 4 ਅੱਖਰ ਪੜ੍ਹ ਕੇ ਕੇਵਲ ਮਾਇਆ ਦੇ ਗੁਜ਼ਾਰੇ ਵਾਸਤੇ ਹੀ ਪ੍ਰਚਾਰ ਕਰਦੇ ਤੇ ਸਿੱਖਦੇ। ਸੋ ਬ੍ਰਹਮ ਗਿਆਨੀ ਸਗਲ ਕੀ ਰੀਨਾ ਅਸੀਂ ਬਾਣੀ ਪੜ੍ਹਦੇ ਹਾਂ ਕਥਾ ਕਰਦੇ ਹਾਂ ਪਰ ਮਹਾਂਪੁਰਖਾਂ ਸਾਲੀ ਵਾਲੇ ਬਾਬਾ ਜੀ ਬਾਬਾ ਠਾਕੁਰ ਸਿੰਘ ਸਾਹਿਬ ਨੇ ਸਾਰੀ ਉਮਰ ਕਥਾ ਨਹੀਂ ਕੀਤੀ ਨਾ ਕੋਈ ਉਹਨਾਂ ਦੇ ਬਾਣੀ ਦੇ ਬੋਲ ਸੁਣੇ। ਉਹ ਬਾਣੀ ਕਮਾਉਂਦੇ ਨੇ ਕਥਾ ਨੂੰ ਮਨ 'ਚ ਵਸਾ ਕੇ ਰੱਖਦੇ ਨੇ। ਅਸੀਂ ਬੋਲਦੇ ਹਾਂ ਸੁਣਦੇ ਸੁਣਾਉਂਦੇ ਹਾਂ ਪਰ ਉਹ ਧਾਰਨ ਕਰਦੇ ਨੇ। ਬਸ ਇੰਨਾ ਕੁ ਫਰਕ ਹੈ ਸਾਡੇ ਪ੍ਰਚਾਰਕਾਂ 'ਚ ਤੇ ਬ੍ਰਹਮ ਗਿਆਨੀਆਂ 'ਚ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਆਤਮਾ ਦਾ ਰਸ ਸਲੋਕ ਆਤਮ ਰਸ ਦੇ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧਨ 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 ਜਨ ਆਏ ਤੇ ਪ੍ਰਮਾਣ। ਇਹ ਐਂਡ ਹੈ ਆਤਮ ਰਸ। ਆਤਮ ਰਸ 'ਚ ਜਨ ਹੀ ਸੋ ਹੈ ਖਾਲਸ ਦੇਵ ਉਹੀ ਖਾਲਸ ਹੈ ਖਾਲਸਾ ਕਮਾਉਣ ਦਾ ਹੱਕਦਾਰ ਹੈ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਪ੍ਰਭੂ ਦੇ ਵਿੱਚ ਮੇਰੇ ਵਿੱਚ ਤੇ ਉਸ ਖਾਲਸੇ ਵਿੱਚ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕੋਈ ਭਿੰਨ ਭੇਦ ਨਹੀਂ ਹੈ। ਸੋ ਆਪਾਂ ਵਿਚਾਰ ਕਰ ਰਹੇ ਸੀ 3 ਦਿਨਾਂ ਤੋਂ ਲਗਾਤਾਰ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮਹਾਰਾਜ ਦੀ ਬਾਣੀ ਅੰਮ੍ਰਿਤ ਹੈ। ਕਿਉਂ ਜੋ ਇਹਦੇ 'ਚ ਅੰਮ੍ਰਿਤ ਵਰਗਾ ਰਸ ਭਰਿਆ ਹੋਇਆ ਹੈ ਤੇ ਇਹਦੇ ਵਿੱਚ ਹੀ ਮਹਾਰਾਜ ਦਾ ਅੰਮ੍ਰਿਤ ਸਰੀਖਾ ਨਾਮ ਹੈ ਜਿਸ ਦੇ ਨਾਲ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸਕਾ ਵਿਸਰਾਮ ਅੰਦਰੋਂ ਹੀ ਸਭ ਕੁਝ ਪ੍ਰਗਟ ਹੁੰਦਾ ਹੈ। ਮਨ ਤਨ ਹਿਰਦੈ ਸਿਮਰ ਹਰ। ਇਸ ਲਈ ਹੇ ਭਾਈ ਮਨ ਕਰਕੇ ਤਨ ਕਰਕੇ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ। ਥੋੜ੍ਹਾ ਬਹੁਤਾ ਟਾਈਮ ਕੱਢਿਆ ਕਰੋ 24 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਵਾਹਿਗੁਰੂ ਨਾਮ ਦਾ ਸਿਮਰਨ ਜਾਂ ਬਾਣੀ ਬਣਨੀ ਜਾਂ ਮੂਲ ਮੰਤਰ ਕੁਛ ਵੀ ਆਤਮਾ ਦੇ ਭਲੇ ਕਰ ਲਈ ਇਹ ਕਰਨ ਦੀ ਆਗਿਆ ਹੈ। ਇਸੇ ਪ੍ਰਕਾਰ ਮਨ ਤਨ ਹਿਰਦੈ ਸਿਮਰ ਹਰ। ਤਨ ਅਤੇ ਹਿਰਦੇ ਰੂਪ ਸਥਾਨ ਵਿੱਚ ਰਹਿਣ ਵਾਲੇ ਮਨ ਨਾਲ ਪਰਮੇਸ਼ਰ ਦਾ ਸਿਮਰਨ ਕਰੋ। 8 ਪਹਿਰ ਗੁਣ ਗਾ। ਪਰ 8 ਪਹਿਰ ਪਰਮੇਸ਼ਰ ਦੇ ਕੀਰਤਨ ਵਿੱਚ ਪਾ ਕੇ ਰਸਨਾ ਦੇ ਨਾਲ ਗੁਣਾਂ ਨੂੰ ਗਾਉਣਾ ਕਰੋ। ਸੁਖਮਨੀ ਸਾਹਿਬ 'ਚ ਲਿਖਿਆ ਵੀ ਤੁਸੀਂ ਸੰਤ ਬਣਨਾ ਸੰਤ। ਜੇ ਸੰਤ ਬਣਨਾ ਤੇ ਮਹਾਰਾਜ ਨੇ ਇੱਕੋ ਹੀ ਗੱਲ ਦੱਸੀ ਹੈ 8 ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ। 8 ਪਹਿਰ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਤੁਸੀਂ ਵੀ ਸੰਤ ਤੁਸੀਂ ਵੀ ਭਗਤ ਬਣ ਜਾਓਗੇ। ਤੇ ਬੰਦਾ ਆਪਦੀ ਪ੍ਰਸਿੱਧੀ ਵਾਸਤੇ ਸਾਰਾ ਜ਼ੋਰ ਲਾ ਦਿੰਦਾ ਨਾਮ ਕਮਾਉਂਦਾ ਪੈਸੇ ਦੇ ਦੇ ਕੇ ਐਡਾਂ ਕਢਾਉਂਦਾ ਅਖਬਾਰਾਂ ਦੇ ਵਿੱਚ ਰਸਾਲਿਆਂ 'ਚ ਮੇਰਾ ਨਾਂ ਆਏ ਮੇਰੀ ਫੋਟੋ ਛਪੇ ਪਰ ਮਹਾਰਾਜ ਕਹਿੰਦੇ ਨਾਮ ਜਪਦਾ ਨਹੀਂ। ਜੇ ਨਾਮ ਜਪੇ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ।
ਉਹ ਹਰੀ ਦਾ ਜਨ ਬਣ ਜਾਂਦਾ, ਸੰਤ ਬਣ ਜਾਂਦਾ, ਭਗਤ ਬਣ ਜਾਂਦਾ, ਅੱਠੇ ਪੈਰ ਨਾਮ ਜਪਣ ਤੋਂ ਪ੍ਰਗਟ ਹੋ ਜਾਂਦਾ ਹੈ, ਲੁਕਾਇਆ ਵੀ ਛੁਪਦਾ ਨਹੀਂ ਹੈ। ਇਸ ਲਈ ਅੱਠੇ ਪੈਰ ਮਾਰੇ ਕਹਿੰਦੇ ਰਸਨਾ ਨਾਲ ਗੁਣਾਂ ਨੂੰ ਗਾਉਣਾ ਕਰੋ। ਉਪਦੇਸ਼ ਸੁਣਾਹੋ ਤੁਮ ਗੁਰ ਸਿੱਖੋ। ਇਹ ਗੁਰ ਸਿੱਖੋ, ਇਹ ਜਿਹੜਾ ਉਪਦੇਸ਼ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਵੱਡੇ ਸਤਿਗੁਰਾਂ ਦਾ ਹੈ। ਤੁਸੀਂ ਸ਼ਰਧਾ ਅਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੱਚਾ ਉਪਦੇਸ਼ ਸੁਣਨਾ ਕਰੋ। ਸੱਚਾ ਹੈ ਸਵਾਲ, ਇਹੀ ਸੱਚਾ ਪ੍ਰਯੋਜਨ, ਇਹੀ ਸੱਚਾ ਮਤਲਬ, ਇਹੀ ਸੱਚਾ ਲਾਭ ਹੈ। ਬਾਕੀ ਸਭ ਘਾਟੇ ਮੰਦਾ ਸੌਦਾ ਹੈ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜੇ ਉਪਦੇਸ਼ ਕਥਾ ਨਹੀਂ ਸੁਣੀ ਸਮਝ ਲਓ ਗੁਰਦੁਆਰੇ ਆਏ ਨਹੀਂ। ਗਿਆਨੀ ਜੰਗਬੀਰ ਸਿੰਘ ਜੀ ਮੇਰੇ ਸੀਨੀਅਰ ਨੇ, ਉਮਰ 'ਚ ਵੀ ਵੱਡੇ ਨੇ, ਭਾਵੇਂ ਸਾਲ ਵੱਡੇ ਹੋਣ। ਸੱਚਖੰਡ ਹਜੂਰ ਸਾਹਿਬ ਕਥਾਵਾਚਕ ਦੀ ਡਿਊਟੀ ਕਰ ਰਹੇ ਨੇ, ਅਮਰੀਕਾ ਦੇ ਸਿਟੀਜ਼ਨ ਹੋਣ ਦੇ ਬਾਵਜੂਦ। ਮੈਂ ਟਕਸਾਲ 'ਚ ਆਇਆ ਅਤੇ ਗੁਟਕਾ ਫੜੀ ਰੱਖਣਾ, ਤੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ। ਉਹਨੂੰ ਕਹਿੰਦੇ ਕੀ ਕਰਦਾ ਰਹਿਣਾ ਤੂੰ ਸਾਰੀ ਦਿਹਾੜੀ? ਮੈਂ ਕਿਹਾ ਕਰਨਾ ਕੀ ਹੈ, ਨਿਤਨੇਮ ਹੀ ਕਰਨਾ ਹੁੰਦਾ। ਕਹਿੰਦੇ ਉਹਦਾ ਘਰ ਵੀ ਆਪਾਂ ਕਰ ਸਕਦੇ ਹਾਂ। ਗੁਰਦੁਆਰੇ ਆਉਣ ਦਾ ਕੀ ਫਾਇਦਾ ਹੋਇਆ? ਤੂੰ ਗੁਰਦੁਆਰੇ ਆਇਆ, ਆ ਜਿਹੜੀਆਂ ਲੰਗਰ 'ਚ ਰੋਟੀਆਂ ਮਿਲਦੀਆਂ ਨੇ ਇਹ ਕਿਉਂ ਮਿਲਦੀਆਂ ਨੇ ਭਲਾ? ਸਾਨੂੰ ਤਾਂ ਮਹਾਂਪੁਰਖ ਪੈਸੇ ਵੀ ਦਿੰਦੇ। ਆ ਜਿਹੜੀਆਂ ਪੜ੍ਹਾਈਆਂ ਨੇ ਕਿੰਨੀਆਂ ਕਿੰਨੀਆਂ ਮੋਟੀਆਂ ਫੀਸਾਂ, 40-40 ਹਜ਼ਾਰ ਤਾਂ ਜੰਮਦੇ ਬੱਚੇ ਦੀ ਐਡਮਿਸ਼ਨ ਫੀਸ, ਤੇ 1500 2000 ਤੋਂ ਘੱਟ ਤਾਂ ਕਿਸੇ ਵੀ ਸਕੂਲ 'ਚ ਫੀਸ ਨਹੀਂ ਤਾਂ 8-8 10-10 ਹਜ਼ਾਰ। ਤੇ ਤੁਹਾਨੂੰ ਪਤਾ ਵੀ ਪੜ੍ਹਾਈ ਕੀ ਆ, ਕੱਖ ਵੀ ਨਹੀਂ। ਉਲਟਾ ਮਾਂ ਪਿਓ ਨੂੰ ਝਟਕਾਂ ਪੈਂਦੀਆਂ ਵੀ ਕੰਪਿਊਟਰ ਕਿਉਂ ਨਹੀਂ ਲੈ ਕੇ ਦਿੱਤਾ ਨਿਆਣੇ ਨੂੰ, ਤੁਸੀਂ ਲਾਗੇ ਕਿਉਂ ਨਹੀਂ ਬੈਠੇ। ਕੋਈ ਬੰਦਾ ਪੁੱਛਣ ਵਾਲਾ ਹੋਵੇ, 40,000 ਤਾਂ ਤੁਹਾਨੂੰ ਪੂਜਿਆ, 8,000 ਮਹੀਨੇ ਦਾ ਤੁਹਾਡੀ ਪੂਜਾ ਕਰ ਰਹੇ ਹਾਂ, ਤਨਖਾਹ ਸਾਡੀ 5,000, ਤੇ ਫਿਰ ਵੀ ਝਟਕਾਂ ਸਾਨੂੰ। ਤੁਸੀਂ ਕਾਹਦੇ ਪੈਸੇ ਲੈਂਦੇ ਹੋ ਭਾਈ? ਪਰ ਬਿਲਕੁਲ ਨਹੀਂ, ਤੁਸੀਂ ਨਹੀਂ ਪੁੱਛ ਸਕਦੇ ਕਿਸੇ ਟੀਚਰ ਨੂੰ, ਕਦੀ ਨਹੀਂ ਪੁੱਛ ਸਕਦੇ ਤੁਸੀਂ। ਪੇਰੈਂਟਸ ਮੀਟਿੰਗਸ ਦੇ ਤੁਸੀਂ ਝਟਕਾਂ ਖਾਓਗੇ ਵੀ ਬੱਚਾ ਨਹੀਂ ਪੜ੍ਹਾਉਂਦੇ। ਕਦੀ ਮਾਂ ਪਿਓ ਇਹ ਨਹੀਂ ਕਹਿ ਸਕਦੇ ਵੀ ਤੂੰ ਬੱਚਾ ਨਹੀਂ ਪੜ੍ਹਾਇਆ। ਗੁਰੂ ਘਰ ਦੇ ਵਿੱਚ ਸਾਨੂੰ ਫ੍ਰੀ ਪੜ੍ਹਾਈ, ਕੱਪੜੇ ਲੀੜੇ, ਮਹਾਂਪੁਰਖ ਖਰਚਾ ਪਾਣੀ, ਆਉਣ ਜਾਣ ਦਾ ਕਿਰਾਇਆ, ਮਾਇਆ ਤੇਲਾ, ਸਭ ਬਿਮਾਰੀ ਸ਼ੁਮਾਰੀ ਉਹ ਸੰਤ ਮਹਾਂਪੁਰਖ ਲੋੜ ਪੂਰੀ ਕਰਦੇ। ਕਹਿੰਦੇ ਕਾਹਦੇ ਵਾਸਤੇ? ਵੀ ਗੁਰਮਤਿ ਦੀ ਵਿਦਿਆ ਕਥਾ ਸੁਣੋ ਧਿਆਨ ਨਾਲ ਬੈਠ ਕੇ, ਔਰ ਇਹਨੂੰ ਪਕਾਓ। ਜੇ ਆਪ ਦਾ ਨਿਤਨੇਮ ਹੀ ਕਰਕੇ ਘਰ ਨੂੰ ਚਲੇ ਗਏ, ਫਿਰ ਗੁਰਦੁਆਰੇ ਆਉਣ ਦਾ ਕੀ ਫਾਇਦਾ ਹੋਇਆ? ਵੈਸੇ ਮਾਫ ਕਰਨਾ, ਬਾਣੀ ਪੜ੍ਹਨੀ ਇੱਕ ਭਗਤੀ ਹੈ, ਨਾਮ ਜਪਣਾ। ਪਰ ਮੈਂ ਇਹ ਬੇਨਤੀ ਕਰ ਰਿਹਾ ਵੀ ਜੋ ਮੈਨੂੰ ਉਹਨਾਂ ਨੇ ਕਮੈਂਟ ਕੀਤਾ, ਗਿਆਨੀ ਜੰਗਬੀਰ ਸਿੰਘ ਨੇ ਬਾਂਹ ਤੋਂ ਫੜ ਕੇ ਝੰਜੋੜਿਆ, ਆਖਿਆ ਵੀ ਤੂੰ ਆਪਦਾ ਧਿਆਨ ਜੋ ਕੁਛ ਇੱਥੇ ਹੁੰਦਾ ਇਹਦੇ 'ਚ ਲਾ, ਤੇ ਤਾਂ ਹੀ ਤੇਰਾ ਲਾਭ ਹੈ ਜੇ ਕੁਛ ਇੱਥੋਂ ਲੈ ਕੇ ਜਾਏਗਾ। ਮੈਂ ਕਿਹਾ ਜੀ ਆਉਂਦਾ ਸਭ ਕੁਛ ਹੀ ਹੈ, ਪਾਠ ਕਰਨਾ ਆਪਾਂ ਪਾਠ ਕਰ ਲੈਂਦੇ। ਕਹਿੰਦੇ ਨਹੀਂ, ਜਿੰਨਾ ਚਿਰ ਮਰਯਾਦਾ ਦੇ ਨਾਲ ਉਸਤਾਦ ਕੋਲ ਨਹੀਂ ਬੈਠਾਂਗੇ ਉਹਨਾਂ ਚਿਰ ਪ੍ਰਾਪਤੀ ਨਹੀਂ ਹੋਈ। ਸੰਥਿਆ ਫਿਰ ਸ਼ੁਰੂ ਕਰਾਈ, ਉਹਨਾਂ ਆਪ ਮੈਨੂੰ ਕਾਇਦਾ ਪੜ੍ਹਾਇਆ, ਇਕੱਠੇ ਆਪਾਂ ਪੜ੍ਹਦੇ ਰਹੇ। ਮਹਾਰਾਜ ਦੀ ਕਿਰਪਾ। ਕਥਾ ਭਾਵੇਂ ਮੈਂ ਹੀ ਪਹਿਲਾਂ ਕਰਨ ਲੱਗਾ, ਉਹ ਬਾਅਦ 'ਚ ਕਰਨ ਲੱਗੇ, ਪਰ ਗੱਲ ਤਾਂ ਸਿਆਣੀ ਸੀਗੀ। ਗੁਰਦੁਆਰੇ ਦੀਆਂ ਰੋਟੀਆਂ ਇਸ ਵਾਸਤੇ ਹਨ ਵੀ ਜਿਹੜੀ ਸਾਧ ਸੰਗਤ ਬੈਠ ਕੇ ਕਥਾ ਕੀਰਤਨ ਕਰਦੀ ਸੁਣਦੀ, ਆ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ, ਇਹ ਸੇਵਾ ਅਸੀਂ ਘਰ ਨਹੀਂ ਕਰ ਸਕਦੇ। ਸੇਵਾਦਾਰਾਂ ਵਾਸਤੇ ਤੇ ਸਾਧ ਸੰਗਤ ਵਾਸਤੇ ਹੈ, ਤੇ ਇਸ ਵਾਸਤੇ ਪੜ੍ਹਾਈ ਲਾਜ਼ਮੀ ਹੈ। ਸੋ ਗੁਰਮਤਿ ਜਿਹਦੇ ਨਾਲ ਮਨ ਦ੍ਰਿੜ ਹੁੰਦਾ, ਪਰਪੱਕ ਹੁੰਦਾ, ਜਿਹੜਾ ਮਹਾਰਾਜ ਦਾ ਉਪਦੇਸ਼ ਹੈ ਕਥਾ ਦੁਆਰਾ, ਕੀਰਤਨ ਦੁਆਰਾ, ਬਾਣੀ ਦਾ ਪਾਠ ਚੱਲ ਰਿਹਾ ਹੈ, ਉਹ ਅਖੰਡ ਪਾਠ ਆਪਾਂ ਘਰ ਨਹੀਂ ਸੁਣ ਸਕਦੇ, ਗੁਰੂ ਘਰ ਦੇ ਵਿੱਚ ਹੀ ਆਪਾਂ ਸੁਣ ਸਕਦੇ ਹਾਂ। ਜੋ ਕੁਛ ਹੋ ਰਿਹਾ ਹੈ ਉਹਨੂੰ ਧਿਆਨ ਨਾਲ ਸੁਣੋ, ਆਪ ਦਾ ਵੀ ਕਰੋ ਤੇ ਸੁਣੋ ਵੀ ਪਿਆਰ ਦੇ ਨਾਲ। ਸੋ ਜਿਸ ਦਿਨ ਮਹਾਂਪੁਰਖਾਂ ਦੀ ਮੌਜ ਹੁੰਦੀ ਉਹਨਾਂ ਲੈਣ ਲਾ ਲੈਣੀ, ਕਹਿੰਦੇ ਦੱਸੋ ਭਾਈ ਕਥਾ ਸੁਣੀ? ਜੇ ਤਾਂ ਸੁਣਾਤੀ ਇਹ ਤਾਂ ਵਾਹ ਵਾਹ, ਜੇ ਨਹੀਂ ਤਾਂ ਸਜ਼ਾ ਮਿਲਣੀ।
ਤੋ ਇਸ ਲਈ ਮਹਾਰਾਜ ਕਹਿੰਦੇ, ਹੇ ਗੁਰਸਿੱਖੋ, ਤੁਸੀਂ ਗੁਰਦੁਆਰੇ ਆਏ ਹੋ ਜਾਂ ਤੁਹਾਨੂੰ ਮਨੁੱਖਾ ਜਨਮ ਮਹਾਰਾਜ ਨੇ ਦਿੱਤਾ ਹੈ, ਤੇ ਗੁਰੂ ਘਰ ਆਓ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਦੁਆਰਾ ਮਹਾਰਾਜ ਦਾ ਸੱਚਾ ਉਪਦੇਸ਼ ਕਥਾ ਕੀਰਤਨ ਪਾਠ ਦੁਆਰਾ ਸੁਣਨਾ ਕਰੋ। ਸੱਚਾ ਸੱਚਾ ਹੈ ਸਵਾਲ। ਗੁਰਦੁਆਰੇ ਆਉਣ ਦਾ ਇਹ ਮਤਲਬ ਹੈ, ਇਹੀ ਸਾਧ ਸੰਗਤ ਜੀ ਪ੍ਰਯੋਜਨ ਹੈ, ਇਹ ਲਾਭ ਹੈ। ਜੇ ਲਾਭ ਨਹੀਂ ਲਿਆ, ਜੇ ਇਹ ਆਏ, ਜੇ ਇਹ ਨਾ ਆਏ, ਤੇ ਨਿਤਨੇਮ ਕਰਨਾ ਕੋਈ ਹਰਜ ਨਹੀਂ ਹੈ। ਸੰਗਤ ਮਹਿਸੂਸ ਨਾ ਕਰੇ ਮੈਨੂੰ ਤਾਂ ਉਹੀ ਨੀਂਦ ਆ ਜਾਂਦੀ ਜੇ ਮੈਂ ਵਿਹਲਾ ਬੈਠਾ। ਮੈਂ ਤਾਂ ਨਿਤਨੇਮ ਕਰਦਿਆਂ ਹੀ ਸੁਣਦਾ ਹਾਂ, ਨਾਲੇ ਤਾਂ ਪਾਠ ਵੀ ਹੋ ਜਾਂਦਾ, ਨਾਲੇ ਸੁਣਿਆ ਵੀ ਜਾਂਦਾ। ਜੇ ਵਿਹਲੇ ਬਹਿ ਜਾਓ ਫਿਰ ਉਹ ਨੀਂਦਰ ਆ ਕੇ ਸੁਸਤੀ ਘੇਰ ਲੈਂਦੀ ਹੈ। ਤੋ ਹਰਜ ਨਹੀਂ ਕੋਈ ਗੱਲ। ਮੈਂ ਬੇਨਤੀ ਕੀਤੀ ਧਿਆਨ ਦੀ, ਤੁਹਾਨੂੰ ਮੈਂ ਧਿਆਨ, ਜੋ ਆਵਾਜ਼ ਆ ਰਹੀ ਹੈ ਧਿਆਨ ਸਾਡਾ ਉਹਦੇ 'ਚ ਹੋਣਾ ਚਾਹੀਦਾ। ਤੇ ਇਸ ਲਈ ਇਕਾਗਰਤਾ ਦੇ ਨਾਲ ਆਪਾਂ ਜੋ ਮਰਜ਼ੀ ਕਰ ਸਕਦੇ ਹਾਂ। ਇਸ ਲਈ ਪਾਤਸ਼ਾਹ ਜੀ ਦਾ ਇਹ ਮਤਲਬ ਹੈ ਕਿ ਜੇ ਤੁਸੀਂ ਆਏ ਹੋ ਤਾਂ ਲਾਭ ਲੈ ਕੇ ਜਾਓ। ਨਿਤਨੇਮ ਦਾ ਵੀ ਬਹੁਤ ਭਾਰੀ ਲਾਭ ਹੈ। ਘਰ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ, ਉਹਦਾ ਫਲ ਇੱਕ ਮਿਲੂਗਾ। ਜੇ ਇੱਥੇ ਇੱਕ ਕਰ ਦਿੱਤਾ, ਉਹਦਾ ਪਾਠ 10 ਗੁਣਾ ਵੱਧ, 1 ਗੁਣਾ 10, ਯਾਨੀ ਕਿ 10 ਪਾਠ ਤੁਸੀਂ ਕਰ ਲਏ। ਘਰ ਬੈਠਿਆਂ 10 ਕਰ ਲਏ, ਇੱਥੇ ਇੱਕ ਕਰ ਲਿਆ, ਇੱਕ ਬਰਾਬਰ ਹੈ। ਜਿਹੜਾ ਮਹਾਰਾਜ ਦੇ ਗੋਡੇ ਕੋਲ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਪੜ੍ਹਨਾ, ਸਮਝ ਲਓ 10 ਕਰ ਲਏ। ਸੰਤ ਕਰਤਾਰ ਸਿੰਘ ਜੀ ਖਾਲਸਾ ਲਾਲਚ ਦਿੰਦੇ ਸਿੰਘਾਂ ਨੂੰ, ਕਹਿੰਦੇ ਸਿੰਘੋ, ਜਿਹੜਾ 1 ਘੰਟਾ ਸੰਗਤ ਨੂੰ ਕਥਾ ਸਰਵਣ ਕਰਾਉਣੀ ਹੈ, ਜਿੰਨੇ ਪ੍ਰਾਣੀਆਂ ਨੇ ਬੈਠ ਕੇ ਸੁਣ ਲਈ ਕੀਤੀ, ਭਾਵੇਂ 1 ਘੰਟਾ ਹੀ ਹੈ, ਉਹ ਓਨੇ ਘੰਟੇ ਤੁਹਾਡੇ ਖਾਤੇ 'ਚ ਮਹਾਰਾਜ ਜਮ੍ਹਾਂ ਕਰ ਦਿੰਦਾ। ਮਤਲਬ ਇੰਨਾ ਲਾਭ ਹੈ, ਕਿੰਨਿਆਂ ਦਾ ਭਲਾ ਹੁੰਦਾ ਸੁਣਨ ਤੋਂ। ਤੋ ਇਸ ਲਈ ਗੁਰੂ ਘਰ ਦੇ ਵਿੱਚ ਇੰਨਾ ਵੱਡਾ ਲਾਭ ਹੈ, ਕੋਈ ਇੱਕ ਜ਼ੁਬਾਨ ਦੇ ਨਾਲ ਕਹਿ ਨਹੀਂ ਸਕਦਾ। ਉਪਦੇਸ਼ ਸੁਣੋ ਤੁਮ ਗੁਰ ਸਿੱਖ ਹੋ। ਤੁਸੀਂ ਗੁਰੂ ਦੇ ਸਿੱਖ ਹੋ ਤੇ ਸ਼ਰਧਾ ਭਾਵਨਾ ਪਿਆਰ ਨਾਲ ਉਪਦੇਸ਼ ਸੁਣਿਆ ਕਰੋ। ਪਿੰਡਾਂ ਦੇ ਗੁਰਦੁਆਰਿਆਂ 'ਚ ਕਿੱਥੇ ਕਥਾ ਕੀਰਤਨ ਹੁੰਦਾ? ਅਸੀਂ ਤਾਂ ਤਰਸ ਗਏ ਇਹਨਾਂ ਚੀਜ਼ਾਂ ਨੂੰ, ਤੇ ਟਕਸਾਲ ਦੇ ਵਿੱਚੋਂ ਆ ਕੇ ਪ੍ਰਾਪਤੀ ਹੋਈ। ਪਿੰਡ 'ਚ ਤਾਂ ਬਾਬੇ ਨੂੰ ਮਾਫ ਕਰਨਾ, ਕੋਈ ਗੱਲ ਪੁੱਛ ਲਓ ਪਾਠ ਬਾਰੇ ਜਾਂ ਕੁਛ ਵੀ, ਉਹਨਾਂ ਕੀ ਗਿਆਨ ਹੁੰਦਾ। ਤੇ ਇੰਨੇ ਵੱਡੇ ਵੱਡੇ ਅਰਥ, ਇੰਨਾ ਸੋਹਣਾ ਕੀਰਤਨ ਜੋ ਗੁਰਦੁਆਰੇ ਸੋ ਸਾਧ ਸੰਗਤ ਦੇ ਵਿੱਚ ਆਪ ਨੂੰ ਪ੍ਰਾਪਤ ਹੈ, ਆਮ ਕਿਤੇ ਅਵੇਲੇਬਲ ਨਹੀਂ ਹੈ। ਹੁਣ ਵੈਸੇ ਐਡਵਾਂਸ ਹੋ ਗਿਆ ਸਭ ਕੁਛ, ਮਹਾਰਾਜ ਦੀ ਕਿਰਪਾ ਹੋ ਗਈ। ਪੁਰਾਣੇ ਸਮੇਂ 'ਚ ਕਿੱਥੇ ਇੰਨਾ ਕੁਛ ਸੀਗਾ। ਇਸ ਲਈ ਇਹ ਘਰ 'ਚ ਗੰਗਾ ਦੀ ਤਰ੍ਹਾਂ ਮਨੁੱਖਾ ਜਨਮ ਰੂਪੀ ਪਦਾਰਥ ਮਿਲਿਆ ਹੋਇਆ ਹੈ, ਇਹਨੂੰ ਸਫਲ ਕਰ ਲਓ ਭਾਈ। ਸੱਚਾ ਹੈ ਸੁਆਉ। ਇਹ ਸੱਚਾ ਪ੍ਰਯੋਜਨ, ਸੱਚਾ ਲਾਭ ਹੈ। ਜਨਮ ਪਦਾਰਥ ਸਫਲ ਹੋਏ। ਫਿਰ ਤੁਹਾਨੂੰ ਮਨੁੱਖਾ ਜਨਮ ਰੂਪੀ ਜਿਹੜਾ ਪਦਾਰਥ ਮਿਲਿਆ, ਇਹ ਤਾਂ ਸਫਲ ਹੋਵੇਗਾ। ਸਫਲ ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਉਹ ਮੈਂ ਸਹਿਜ ਪਟ ਰੱਖ ਲਿਆ, ਬਾਬੇ ਨੇ ਜਿੰਦਰਾ ਮਾਰ ਕੇ ਸੇਵਾ ਤੇ ਚੱਲ ਜਾਣਾ, ਮੈਂ ਮੂੰਹ ਵੱਲ ਵੇਂਦੇ ਰਹਿਣਾ। ਸੋਚਿਆ ਮਨਾ ਵੀ ਗੁਰਦੁਆਰਾ ਬੰਦ, ਜਿੰਦਰਾ ਤਾਂ ਹੋਣਾ ਨਹੀਂ ਚਾਹੀਦਾ। ਫਿਰ ਸਾਡੇ ਨਗਰ ਵੀ ਸ਼ਹੀਦਾਂ ਦਾ ਸਥਾਨ ਹੈ ਜੋ ਹਮੇਸ਼ਾ ਖੁੱਲ੍ਹਾ ਰਹਿੰਦਾ, 2 ਕਿਲੋਮੀਟਰ ਚੱਲ ਕੇ ਜਾਣਾ। ਕਹਿਣ ਦਾ ਭਾਵ ਇਹ ਹੈ ਵੀ ਸਹਿਜ ਪਾਠ ਕਰਨ ਦੀ ਵੀ ਜਗ੍ਹਾ ਨਹੀਂ ਮਿਲਦੀ, ਕਥਾ ਕਿੱਥੋਂ ਮਿਲਣੀ, ਕੀਰਤਨ ਕਿੱਥੋਂ ਸੁਣਨਾ। ਇਸ ਵਾਸਤੇ ਇਹ ਸਭ ਤੋਂ ਵੱਡਾ ਲਾਭ ਹੈ। ਮਨ ਮਹਿ ਲਾਏ ਹੋ ਭਾਵ। ਜੇ ਮਨ ਹਿਰਦੇ ਦੇ ਵਿੱਚ ਵਾਹਿਗੁਰੂ ਨਾਲ ਤੁਸੀਂ ਪ੍ਰੇਮ ਲਾਉਣਾ ਕਰੋਗੇ, ਜਨਮ ਪਦਾਰਥ ਸਫਲ ਹੋਏ। ਤਾਂ ਤੁਹਾਡਾ ਮਨੁੱਖਾ ਜਨਮ ਰੂਪੀ ਪਦਾਰਥ ਸਫਲ ਹੋ ਜਾਵੇਗਾ। ਸਫਲ ਸਫਲ ਭਈ ਸਫਲ ਯਾਤਰਾ। ਮਨ ਮਹਿ ਲਾਏ ਹੋ ਭਾਵ। ਪਰ ਸਫਲ ਤਾਂ ਹੋਏਗਾ ਜੇ ਵਾਹਿਗੁਰੂ ਨਾਲ ਮਨ ਦੇ ਤਾਂ ਕਰਕੇ ਪ੍ਰੇਮ ਲਾਉਣਾ ਕਰੋਗੇ। ਸੁਖ ਸਹਿਜ ਆਨੰਦ ਕਣਾ। ਸੁਖ ਵੀ ਮਿਲੇਗਾ, ਸਹਿਜ ਗਿਆਨ ਵੀ ਮਿਲੇਗਾ, ਤੇ ਘਣਾ ਆਨੰਦ, ਬਹੁਤਾ ਆਨੰਦ ਵੀ ਪ੍ਰਾਪਤ ਹੋਵੇਗਾ। ਪ੍ਰਭ ਜਪਤਿਆ ਦੁੱਖ ਜਾਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਪ੍ਰਭੂ ਦਾ ਨਾਮ ਜਪਦਿਆਂ ਦੁੱਖ ਵੀ ਚਲਿਆ ਜਾਏਗਾ।
ਭਾਵ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਅਨੰਦੋ ਅਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖੇੜਾ ਚਾਖੇੜਾ ਮੈਂ ਹਰਸ ਮੀਠਾ ਰਾਮ। ਨਾਨਕ ਨਾਮ ਜਪਤ ਸੁਖ ਊਪਜੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹਿਰਦੇ ਵਿੱਚ ਆਤਮਿਕ ਆਨੰਦ ਪੈਦਾ ਹੁੰਦਾ ਹੈ ਦਰਗਹਿ ਪਾਈਐ ਥਾ। ਅਤੇ ਪਰਮੇਸ਼ਰ ਦੀ ਦਰਗਾਹ ਨਿਆਇ ਸਭਾ ਵਿੱਚ ਵੀ ਥਾਂ ਟਿਕਾਣਾ ਸਥਿਤੀ ਪਾਈ ਦੀ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਨਾਨਕ ਨਾਮ ਧਿਆਈਐ। ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਤਦ ਹੀ ਪਰਮੇਸ਼ਰ ਦਾ ਨਾਮ ਧਿਆਈਦਾ ਹੈ। ਗੁਰ ਪੂਰਾ ਮਤ ਦੇ। ਜਦ ਪੂਰਾ ਗੁਰੂ ਨਾਮ ਜਪਣ ਦੀ ਮਤ ਬਖਸ਼ਦਾ ਹੈ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤੋ ਮੋਹਿ ਲਾਗੈ ਨਾਉ। ਭਾਣੈ ਜਪ ਤਪ ਸੰਜਮੋ। ਗੁਰੂ ਸਾਹਿਬ ਜੀ ਦਾ ਭਾਣਾ ਮੰਨਣਾ ਹੀ ਸਭ ਜਪ ਤਪ ਤੇ ਸੰਜਮ ਸਾਧਨ ਨੇ। ਜਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਜਪ ਤਪ ਸੰਜਮ ਆਦਿ ਕਰੀਦੇ, ਪਾਵੇ ਹੁਕਮ ਦੇ ਵਿੱਚ ਹੀ ਸਫਲੇ ਹੁੰਦੇ ਨੇ। ਅਤੇ ਹੁਕਮ ਮੰਨਣ ਵਾਲੇ ਨੂੰ ਹੀ ਪਰਮੇਸ਼ਰ ਸੰਸਾਰ ਸਮੁੰਦਰ ਦੇ ਵਿੱਚੋਂ ਭਾਣੈ ਹੀ ਕੱਢ ਲੇ। ਸੰਸਾਰ ਉਸ ਸਮੁੰਦਰ ਚੋਂ ਕੱਢ ਲੈਂਦਾ ਹੈ। ਭਾਣੇ ਦੇ ਵਿੱਚ ਹੁਕਮ ਦੇ ਵਿੱਚ ਹੀ ਭਾਣੈ ਜੂਨ ਪਵਾਈਐ। ਪਰਮੇਸ਼ਰ ਆਪਣੇ ਹੁਕਮ ਅਨੁਸਾਰ ਹੀ ਵਾਸ਼ਨਾ ਬੱਧਾ ਆਵੇ ਜਾਵੇ ਵਾਸ਼ਨਾ ਚ ਬੱਝੇ ਜੀਵਾਂ ਨੂੰ ਜੂਨਾਂ ਚ ਭਵਾਉਂਦਾ ਫਿਰਦਾ ਰਹਿੰਦਾ ਹੈ। ਭਾਣੈ ਬਖਸ਼ ਕਰੇ। ਹਰ ਪਰਮੇਸ਼ਰ ਆਪਣੇ ਭਾਣੇ ਹੁਕਮ ਅਨੁਸਾਰ ਹੀ ਗੁਰਾਂ ਦੁਆਰਾ ਨਾਮ ਜਪਣ ਦੀ ਬਖਸ਼ਿਸ਼ ਕਰਦਾ ਹੈ। ਭਾਣੈ ਦੁੱਖ ਸੁਖ ਭੋਗੀਐ। ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਪਾਪ ਕਰਮਾਂ ਕਰਕੇ ਦੁੱਖ ਤੇ ਪੁੰਨ ਕਰਮਾਂ ਕਰਕੇ ਸੁੱਖ ਨੂੰ ਭੋਗਣਾ ਕਰੀਦਾ ਹੈ। ਭਾਣੈ ਕਰਮ ਕਰੇ। ਹਰ ਭਾਣੇ ਹੁਕਮ ਦੇ ਵਿੱਚ ਹੀ ਜੀਵ ਸੰਚਿਤ ਕਰੇ ਮਾਨ ਤੇ ਪ੍ਰਲਬਧ ਰੂਪੀ ਕਰਮਾਂ ਨੂੰ ਕਰਦਾ ਹੈ। ਭਾਣੈ ਮਿੱਟੀ ਸਾਜ ਕੈ। ਭਾਣੇ ਹੁਕਮ ਦੇ ਵਿੱਚ ਹੀ ਮਿੱਟੀ ਆਦਿਕ ਪੰਜ ਤੱਤਾਂ ਨਾਲ ਸਰੀਰਾਂ ਨੂੰ ਸਾਜ ਰਚ ਕੇ ਬਣਾ ਕੇ ਭਾਣੈ ਜੋਤ ਧਰੇ। ਪਰ ਫਿਰ ਆਪ ਹੀ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਉਹਨਾਂ ਦੇਹਾਂ ਅੰਦਰ ਆਪਣੀ ਚੇਤਨ ਸੱਤਾ ਰੂਪੀ ਜੋਤ ਰੱਖਣਾ ਕੀਤੀ ਹੈ। ਭਾਣੈ ਭੋਗ ਪੁਗਾਏ ਦਾ। ਆਪਣੇ ਹੁਕਮ ਦੇ ਵਿੱਚ ਹੀ ਜੀਵਾਂ ਨੂੰ ਵਾਸ਼ਨਾ ਅਨੁਸਾਰ ਮਾਤ ਲੋਕ, ਸਵਰਗ ਲੋਕ ਤੇ ਬ੍ਰਹਮ ਲੋਕ ਦੇ ਭੋਗਾਂ ਨੂੰ ਭੁਗਾਉਂਦਾ ਹੈ। ਭਾਣੈ ਮਨ ਹੈ ਘਰੇ। ਅਤੇ ਆਪਣੇ ਹੁਕਮ ਦੇ ਵਿੱਚ ਹੀ ਗੁਰਮੁਖ ਜਨਾਂ ਨੂੰ ਭੋਗਾਂ ਦੇ ਭੋਗਣ ਵੱਲੋਂ ਮਨਾ ਕਰਦਾ, ਰੋਕਣਾ ਕਰਦਾ ਹੈ। ਭਾਣੈ ਨਰਕ ਸੁਰਗ ਅਵਤਾਰੇ। ਆਪਣੇ ਹੁਕਮ ਦੇ ਵਿੱਚ ਹੀ ਪਾਪੀ ਜੀਵਾਂ ਨੂੰ ਵਾਹਿਗੁਰੂ ਨਰਕਾਂ ਵਿੱਚ ਭੇਜਦਾ ਤੇ ਸਕਾਮੀ ਜੀਵਾਂ ਨੂੰ ਸਵਰਗ ਦੇ ਵਿੱਚ ਉਤਾਰਦਾ ਹੈ। ਭਾਣੈ ਧਾਰਨ ਪਰੇ। ਅਤੇ ਹੁਕਮ ਦੇ ਵਿੱਚ ਹੀ ਜੀਵ ਧਰਤੀ ਤੇ ਡਿੱਗ ਪੈਂਦਾ, ਜਾਂ ਹੁਕਮ ਦੇ ਵਿੱਚ ਹੀ ਜੀਵ ਗਰੀਬੀ ਨਿਮਰਤਾ ਧਾਰਨ ਰੂਪ ਧਰਤੀ ਤੇ ਪੈਂਦਾ, ਜਾਂ ਸਾਧ ਸੰਗਤ ਸ਼ਰਨ ਰੂਪ ਧਰਤੀ ਤੇ ਪੈਂਦਾ, ਜਾਂ ਹੁਕਮ ਦੇ ਵਿੱਚ ਹੀ ਭੂਮਿਕਾ ਜੋ ਸੱਤ ਨੇ ਤੁਰਿਆ ਪਦ ਰੂਪ ਧਰਤੀ ਦੀ ਪ੍ਰਾਪਤੀ ਹੋ ਜਾਂਦੀ, ਜਾਂ ਭੂਮਾ ਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਣੈ ਹੀ ਜਿਸ ਭਗਤੀ ਲਾਏ। ਆਪਣੇ ਹੁਕਮ ਦੇ ਵਿੱਚ ਹੀ ਜਿਨ੍ਹਾਂ ਨੂੰ ਵਾਹਿਗੁਰੂ ਪ੍ਰੇਮਾ ਭਗਤੀ ਵਿੱਚ ਲਾਉਂਦਾ ਹੈ। ਨਾਨਕ ਵਿਰਲੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਿਆਰੇ, ਉਹ ਕੋਈ ਵਿਰਲੇ ਟਾਵੇਂ ਹੀ ਹਨ। ਜਗ ਮੈਂ ਉਤਮ ਕਾਢੀਐ, ਵਿਰਲੇ ਕੇਈ ਕੇ ਹੈਨ ਵਿਰਲੇ, ਨਾਹੀ ਕਣੇ ਫੈਲ ਫਕੜ ਸੰਸਾਰ। ਪੌੜੀ ਵਡਿਆਈ ਸੱਚੇ ਨਾਮ ਕੀ। ਪੰਜਵੇਂ ਪਾਤਸ਼ਾਹ ਜੀ 12ਵੀਂ ਪੌੜੀ ਉਚਾਰ ਰਹੇ ਨੇ ਕਿ